ਦੋਹਰਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦਿ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਸ਼੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ, ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਸ਼੍ਰੀ ਅੰਗਦ ਕੰਦਨ ਬਿਗਨਾ ਬਦਨ ਸੁਮੰਗਲ ਸਾਲ, ਪਰਣ ਸ਼ਰਨ ਕਰ ਚਰਨ ਕੋ ਨਮਸਕਾਰ ਧਰ ਭਾਰ। ਸ਼੍ਰੀ ਸਤਿਗੁਰ ਬਾਰਿ ਅਮਰ ਜੀ ਸ਼ਰਨ ਨਰਣ ਦੁਖ ਹਰਣ, ਕਾਰਣ ਕਰਣ ਸੁਜਾਨ ਮਨ ਨਮਸਕਾਰ ਤਿਨ ਚਰਨ। ਰਾਮਦਾਸ ਸੁਖ ਰਾਸ ਪ੍ਰਮ ਸੇਵਕ ਤਰਾਸ ਵਿਦਾਰ, ਪਗ ਪਰ ਮਰ ਪ੍ਰਣਾਮ ਹੈ ਪਰਣਾ ਸ਼ਰਨ ਵਿਚਾਰ। ਸ਼੍ਰੀ ਅਰਜਨ ਸਰੋਤਾ ਅਰਜ ਸਿਰਜਣ ਆਰਜ ਤਾਹੇ, ਲਰ ਜਿਤ ਜਮ ਜਿਨ ਨਾਮ ਤੇ ਬੰਦੋਂ ਤਿਨ ਜੁਗ ਪਾਏ। ਸ਼੍ਰੀ ਗੁਰੂ ਹਰਗੋਬਿੰਦ ਵਾਰ ਸਨਦ ਬਦ ਧਰ ਧਿਆਨ, ਬੰਦ ਦਉ ਕਰ ਬੰਦਨਾ ਸੁੰਦਰ ਦੁਤ ਮਦਿ ਨਾਮ। ਸ਼੍ਰੀ ਸਤਿਗੁਰ ਹਰਿ ਰਾਇ ਕੇ ਨਾਇ ਧਿਆਏ ਅਗ ਜਾਏ, ਕਰ ਪਦ ਪਰ ਪ੍ਰਣਾਮ ਕੋ ਯਹ ਤੇ ਨਿਧ ਸਿਧ ਆਏ। ਦਰਸ਼ਨ ਸ਼੍ਰੀ ਹਰਿ ਕ੍ਰਿਸ਼ਨ ਕੋ ਨਿਪੁੰਨ ਹਰਣ ਜੁਰ ਧੀਨਾ, ਚਰਨ ਮਨੋਹਰ ਵੰਦਨਾ ਜਿਨ ਸਿੱਖਨ ਸੁਖ ਕੀਨਾ। ਤੇਗ ਬਹਾਦਰ ਧਰਮ ਤੁਜ ਹਰਤਾ ਤੁਰਕਨ ਮੂਲ, ਚਰਨ ਸ਼ਰਨ ਤਾਰਨ ਤਰਣ ਨਮ ਹੋਏ ਅਨਕੂਲ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਅਵਤਾਰ, ਖੰਡੇ ਖੰਡ ਪਖੰਡ ਜਿਉ ਤਿਉ ਮਮ ਬਿਘਨ ਨਿਵਾਰ। ਸਰਬ ਪੰਥ ਗੁਰੂ ਗ੍ਰੰਥ ਕੋ ਨਮਸਕਾਰ ਬਹੁ ਬਾਰ, ਸਰਬ ਪੰਥ ਗੁਰੂ ਗ੍ਰੰਥ ਕੋ ਨਮਸਕਾਰ ਬਹੁ ਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸਤਿਗੁਣ ਸਗਰੇ ਗਿਆਨ ਯੁਤ, ਹਿਰਦਾ ਸਦਨ ਜਿਨ ਕੇਰਾ। ਸਿੱਖ ਕੋ ਕਰਨ ਨਿਹਾਲ ਪੁੰਨ, ਬੋਲੇ ਸਤਿਗੁਰ ਫੇਰਾ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਦਾ ਸਦਕਾ ਸੰਧਿਆ ਵੇਲੇ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਸੋ ਆਓ ਜੋ ਲੜੀਵਾਰ ਕਥਾ ਸਰਵਣ ਕਰਦੇ ਹਾਂ ਗੁਰ ਇਤਿਹਾਸ ਦੀ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਹੈ, ਸਰਵਣ ਕਰੀਏ। ਮੱਖਣ ਸ਼ਾਹ ਨੂੰ ਜਦੋਂ ਮਹਾਰਾਜ ਨੇ ਕਿਹਾ ਵੀ ਇਹ ਚੀਜ਼ਾਂ ਉਹਨਾਂ ਦੀਆਂ ਵਾਪਸ ਕਰਿਆ, ਵੀ ਸਾਨੂੰ ਇਹਨਾਂ ਦੀ ਲੋੜ ਨਹੀਂ ਹੈ,
ਤੇ ਮੱਖਣ ਸ਼ਾਹ ਮਹਾਰਾਜ ਨੂੰ ਕਹਿੰਦਾ, ਮਹਾਰਾਜ ਉਹਨਾਂ ਨੇ ਵੱਡਾ ਅਪਰਾਧ ਕੀਤਾ। ਮੱਖਣ ਸ਼ਾਹ ਨੇ ਦਲੀਲ ਦੇ ਨਾਲ ਆਖਿਆ ਵੀ ਜੇ ਅਪਰਾਧੀ ਨੂੰ ਦੰਡ ਨਾ ਦਿੱਤਾ ਜਾਵੇ ਫਿਰ ਅਪਰਾਧੀ ਜਿਹੜਾ ਹੁੰਦਾ ਹੋਰ ਵੱਡਾ ਅਪਰਾਧ ਕਰਦਾ ਹੈ, ਸੋ ਉਸ ਨੂੰ ਦੰਡ ਮਿਲਣਾ ਚਾਹੀਦਾ। ਉਹਨੂੰ ਸਮਝਾਉਣ ਵਾਸਤੇ ਦੰਡ ਦਿੱਤਾ ਗਿਆ। ਫਿਰ ਤੁਸੀਂ ਕਿਉਂ ਉਹਨਾਂ ਦੀਆਂ ਵਧੀਕੀਆਂ ਬਰਦਾਸ਼ਤ ਕਰਦੇ ਹੋ, ਜਦ ਕਿ ਤੁਸੀਂ ਪਰਿਪੂਰਨ ਹੋ, ਸਰਬ ਕਲਾ ਸਮਰੱਥ ਹੋ, ਗੁਰਤਾ ਗੱਦੀ 'ਤੇ ਵਿਰਾਜਮਾਨ ਹੋ, ਤੁਸੀਂ ਕਿਉਂ ਸੋ ਸਾਰੀਆਂ ਉਹਨਾਂ ਦੀਆਂ ਵਧੀਕੀਆਂ ਬਰਦਾਸ਼ਤ ਕਰ ਰਹੇ ਹੋ। ਜਦੋਂ ਮੱਖਣ ਸ਼ਾਹ ਨੂੰ ਇੰਝ ਵੇਖਿਆ ਤੇ ਮਹਾਰਾਜ ਨੇ ਹੁਣ ਆਪਣੇ ਸਿੱਖ ਨੂੰ ਤਾਂ ਸਮਝਾਉਣਾ, ਸੱਚੇ ਪਾਤਸ਼ਾਹ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਜਿਹੜੇ ਕਿ ਸੋ ਗਿਆਨ ਦੇ ਸਾਗਰ ਨੇ, ਜਿਨ੍ਹਾਂ ਦਾ ਹਿਰਦਾ, ਜਿਸ ਵਿੱਚ ਨਿਰੀ ਸ਼ੁਭ ਗੁਣ ਹਨ, ਸੋ ਸ਼ੁਭ ਗੁਣਾਂ ਦਾ ਘਰ ਹੈ ਜਿਨ੍ਹਾਂ ਦਾ ਹਿਰਦਾ। ਗੁਰੂ ਤੇਗ ਬਹਾਦਰ ਮਹਾਰਾਜ ਨੇ ਫਿਰ ਮੱਖਣ ਸ਼ਾਹ ਨੂੰ ਨਿਹਾਲ ਕਰਨ ਵਾਸਤੇ ਤੇ ਇੰਝ ਸਤਿਗੁਰਾਂ ਨੇ ਫਿਰ ਬਚਨ ਕੀਤੇ ਨੇ। ਮਹਾਰਾਜ ਨੇ ਇੰਝ ਸਮਝਾਇਆ ਫਿਰ ਆਪਣੇ ਸਿੱਖ ਨੂੰ, ਕਹਿੰਦੇ ਨੇ, ਭੋ ਮੱਖਣ ਸਿੱਖ ਕਾਨ ਦੇ ਸੁਣੋ, ਵਿਕਾਰ ਜੋ ਬਰਿੰਦ ਮੱਖਣ। ਵਿਕਾਰਾਂ ਦੀ ਗੱਲ ਦੱਸਦੇ ਤੈਨੂੰ, ਵਿਕਾਰਾਂ ਕਰਕੇ ਬੰਦੇ ਦਾ ਜੀਵਨ ਜਿਹੜਾ ਹੈ ਨਾ ਸੋ ਬਹੁਤ ਗਿਰ ਜਾਂਦਾ, ਡਿੱਗ ਜਾਂਦਾ ਹੈ। ਇਨਸਾਨ ਨਹੀਂ ਰਹਿ ਜਾਂਦਾ, ਪਸ਼ੂ ਬਣ ਜਾਂਦਾ। ਕਰਤੂਤ ਪਸ਼ੂ ਕੀ ਮਾਨਸ ਜਾਤ। ਵਿਕਾਰਾਂ ਕਰਕੇ ਇਹਦੀਆਂ ਕਰਤੂਤਾਂ, ਇਹਦੇ ਕਰਮ ਜਿਹੜੇ ਨੇ ਉਹ ਪਸ਼ੂਆਂ ਵਰਗੇ ਹੋ ਜਾਂਦੇ ਹੈ। ਉਪਜਤ ਹੈ ਨਰ ਕੇ ਹਿਰਦੈ, ਸੰਕਟ ਦੇਤ ਬਿਲੰਦ। ਤੇ ਇਹ ਜਿਹੜੇ ਵਿਕਾਰ ਨੇ ਮਨੁੱਖ ਦੇ ਅੰਦਰੋਂ ਹੀ ਤਾਂ ਪੈਦਾ ਹੁੰਦੇ ਨੇ, ਅੰਦਰੋਂ ਹੀ ਸ਼ੁਭ ਗੁਣ ਪੈਦਾ ਹੁੰਦੇ ਨੇ। ਹੁਣ ਵਿਕਾਰ ਜਦੋਂ ਅੰਦਰੋਂ ਪੈਦਾ ਹੁੰਦੇ, ਵਿਕਾਰਾਂ ਨੂੰ ਮਾਰਨਾ ਹੁੰਦਾ ਹੈ। ਜਦੋਂ ਵਿਕਾਰ ਮਰ ਜਾਂਦੇ ਨੇ ਤੇ ਸ਼ੁਭ ਗੁਣ ਪ੍ਰਗਟ ਹੋ ਜਾਂਦੇ ਨੇ। ਸੋ ਇਹ ਵਿਕਾਰ ਅੰਦਰੋਂ ਹੀ ਪੈਦਾ ਹੋ ਜਾਂਦੇ ਨੇ, ਫਿਰ ਬੰਦੇ ਨੂੰ ਕਾਸ਼ਟ ਬਹੁਤ ਦਿੰਦੇ ਨੇ। ਬੜੀ ਭੈੜੀ ਬਿਮਾਰੀ ਹੈ। ਅੰਦਰ ਜਦੋਂ ਵਿਕਾਰ ਪੈਦਾ ਹੋ ਗਏ ਬੰਦਾ ਬੜਾ ਦੁਖੀ ਹੁੰਦਾ। ਸੁਖ ਕੋ ਚਹਿਤ ਜਿਨਹੁ ਕਰਤ ਹੈ, ਤਿਨ ਹੀ ਤੇ ਬੜ ਕਸ਼ਟ ਭਰਤ ਹੈ। ਮਹਾਰਾਜ ਕਹਿੰਦੇ, ਦੇਖੋ ਪਰਿਵਾਰ ਦੇ ਵਿੱਚ ਸੋ ਜਿਨ੍ਹਾਂ ਦੇ ਸੁੱਖ ਦੇ ਵਾਸਤੇ ਇਹ ਬੰਦਾ ਸਾਰੀ ਜ਼ਿੰਦਗੀ ਕੰਮ ਕਰਦਾ ਹੈ। ਮੇਰੇ ਜਿਹੜੇ ਬੱਚੇ ਨਾ ਬਹੁਤ ਉੱਚੀਆਂ ਪਦਵੀਆਂ ਨੂੰ ਪ੍ਰਾਪਤ ਹੋਣ, ਮੇਰੇ ਬੱਚੇ ਚੰਗੀਆਂ ਤਰੱਕੀਆਂ ਕਰਨ, ਚੰਗੇ ਇਹਨਾਂ ਦੇ ਕਾਰੋਬਾਰ ਹੋਣ, ਅਤੇ ਸਾਰੀ ਜ਼ਿੰਦਗੀ ਨਾ ਦਿਨ ਦੇਖਦਾ ਨਾ ਰਾਤ ਵੇਖਦਾ, ਅਤੇ ਸਾਰੀ ਜ਼ਿੰਦਗੀ ਉਹ ਬੱਚਿਆਂ ਦੀ ਜ਼ਿੰਦਗੀ ਬਣਾਉਣ 'ਤੇ ਗਾਲ ਦਿੰਦਾ। ਕਹਿੰਦੇ ਹੁਣ ਉਸੇ ਸੁੱਖ ਦੇ ਵਿੱਚੋਂ ਕਸ਼ਟ ਪ੍ਰਾਪਤ ਹੋ ਜਾਂਦਾ। ਸੁਭਾਵ ਬੱਚੇ ਕਹਿਣੇ ਕਾਰਨ ਨਾ ਨਿਕਲੇ। ਅਗਰ ਜੇ ਬੱਚਿਆਂ ਨੇ ਵੱਡੇ ਹੋ ਕੇ ਅਨਾਦਰ ਕਰਨਾ ਸ਼ੁਰੂ ਕਰ ਦਿੱਤਾ, ਜੋ ਸੰਸਾਰ 'ਚ ਆਪਾਂ ਵੇਖਦੇ ਹਾਂ, ਅਤੇ ਮਹਾਰਾਜ ਨੇ ਉਸ ਵੇਲੇ ਵੀ ਸੋ ਇਹੋ ਜਿਹਾ ਸਿਸਟਮ ਚੱਲਦਾ ਹੁੰਦਾ ਹੈ। ਜਦੋਂ ਦਾ ਸੰਸਾਰ ਬਣਿਆ ਸੋ ਇਹ ਸਿਸਟਮ ਚੱਲੀ ਜਾਂਦਾ। ਜਿਸ ਸੁੱਖ ਵਾਸਤੇ ਬੰਦਾ ਯਤਨ ਕਰਦਾ, ਉਸ ਸੁੱਖ ਦੇ ਵਿੱਚੋਂ ਕਸ਼ਟ ਪੈਦਾ ਹੋ ਜਾਂਦਾ। ਕਾਰਨ ਕੀ ਹੈ ਕਿ ਉਹ ਸੁੱਖ ਹੁੰਦਾ ਹੀ ਨਹੀਂ, ਅਤੇ ਆਪਾਂ ਉਸ ਸੁੱਖ ਨੂੰ ਸੁੱਖ ਸਮਝ ਲੈਂਦੇ ਹਾਂ। ਅਜਿਤੇਂਦਰੀ ਜਬ ਪਿਖ ਹੈ ਕਿ ਸੁਨ ਹੈ, ਕਾਮ ਉਪਾਵਤ ਉਰ ਤਤ ਛਿਨ ਹੈ। ਜਿਹੜਾ ਮਨੁੱਖ ਹੁੰਦਾ ਨਾ, ਖਾਸ ਤੌਰ 'ਤੇ ਗੁਰਸਿੱਖ, ਭਗਤੀ ਕਰਨੇ ਵਾਲਾ, ਬੰਦਗੀ ਕਰਨੇ ਵਾਲਾ, ਉਹ ਜ਼ਰੂਰੀ ਹੁੰਦਾ ਹੈ ਕਿ ਉਹ ਆਪਣੇ ਇੰਦਰੀਆਂ ਦੇ ਉੱਤੇ ਕਾਬੂ ਪਾਵੇ। ਉਹ ਜੇ ਤਿੰਦਰੇ ਹੋਣਾ ਚਾਹੀਦਾ, ਇੰਦਰੀਆਂ ਉੱਤੇ ਫਤਿਹ ਪਾਉਣ ਵਾਲਾ। ਅਤੇ ਜਿਨ੍ਹਾਂ ਨੇ ਆਪਣੇ ਇੰਦਰੀਆਂ ਦੇ ਉੱਤੇ ਫਤਿਹ ਨਹੀਂ ਪ੍ਰਾਪਤ ਕੀਤੀ ਹੁੰਦੀ, ਇੰਦਰੇ ਉਹਨਾਂ ਦੇ ਬੇਕਾਬੂ ਹੁੰਦੇ ਨੇ, ਫਿਰ ਕੀ ਸੋ ਉਹ ਅਗਰ ਉਹ ਕਾਮ ਵਾਸ਼ਨਾ ਵਾਲੀ ਗੱਲ ਸੁਣ ਲਵੇ ਜਾਂ ਕੋਈ ਦੇਖ ਲਵੇ ਤਾਂ ਇੱਕਦਮ ਉਸ ਦੇ ਅੰਦਰ ਕਾਮ ਪੈਦਾ ਹੋ ਜਾਂਦਾ ਹੈ। ਤੀਆ ਕੋ ਚਹਿਨ ਕਹਿਤ ਹੈ ਕਾਮ, ਸਕਲ ਚਾਹ ਸੋ ਪੀ ਲਿਖ ਨਾਮ। ਇਸਤਰੀ ਦੀ ਚਾਹਤ ਕਰਨੀ ਉਹ ਕਾਮ ਹੈ। ਦੂਸਰਾ ਕਾਮ ਕੀ ਹੈ, ਉਹਨੂੰ ਕਾਮਨਾ ਕਿਹਾ ਜਾਂਦਾ। ਮਹਾਰਾਜ ਕਹਿੰਦੇ ਹਾਂ, ਜਿਹੜੀਆਂ ਵਸਤਾਂ ਵੇਖ ਲਈਆਂ ਉਹਦੀ ਚਾਹ ਨਾ ਕਰਨੀ, ਉਹਨੂੰ ਕਾਮਨਾ ਕਹਿੰਦੇ ਨੇ, ਵਾਸ਼ਨਾ ਨੂੰ ਕਾਮ ਕਹਿੰਦੇ ਨੇ। ਕਹਿੰਦੇ
ਧਨ ਇਸਤਰੀ ਤੇ ਆਦ ਪਦਾਰਥ, ਪਿਖ ਸੁਨ ਲੈਵੇ ਚਾਹਤ ਸਵਾਰਥ। ਹੁਣ ਚਾਹੇ ਧਨ ਦੌਲਤ ਹੈ, ਚਾਹੇ ਇਸਤਰੀ ਹੈ, ਚਾਹੇ ਪਦਾਰਥ ਹੈ, ਇਹਨਾਂ ਸਾਰਿਆਂ ਦੀ ਜਿਹੜੀ ਚਾਹਨਾ ਹੁੰਦੀ ਉਹਨੂੰ ਕਾਮਨਾ ਹੀ ਕਹਿੰਦੇ ਨੇ। ਮਹਾਰਾਜ ਕਹਿੰਦੇ ਇਹ ਕਾਮਨਾ ਹੀ ਹੁੰਦੀ ਆ, ਕਹਿੰਦੇ ਲੋੜ ਚਾਹਤ ਇੱਛਾ ਵੱਧ ਜਾਣੀ। ਜੇ ਸੁਣ ਲਈ ਗੱਲ, ਕਿਸੇ ਚੀਜ਼ ਦੇ ਸੰਬੰਧ ਵਿੱਚ ਸੁਣ ਲਿਆ, ਦੇਖ ਲਿਆ, ਤੇ ਉਹਨੂੰ ਨਾ ਲੈਣ ਵਾਸਤੇ ਹਰ ਇੱਕ ਯਤਨ ਕਰਦਾ, ਹਰ ਇੱਕ ਯਤਨ ਕਰਦਾ, ਸਵਾਰਥੀ ਬਣ ਜਾਂਦਾ ਬੰਦਾ। ਪਾਤਸ਼ਾਹ ਕਹਿੰਦੇ ਨੇ ਜਬ ਹੈ ਲੈ ਨਿਹਿਤ ਕਾਮ ਉਠਾਵਾ, ਤੇ ਪ੍ਰਤਿਬੰਧਕ ਜੋ ਦਰਸਾਵਾ। ਹੁਣ ਕਾਮਨਾ ਹੋ ਗਈ ਵੀ ਇਹ ਚੀਜ਼ ਮੇਰੀ ਹੋਣੀ ਚਾਹੀਦੀ, ਮੈਨੂੰ ਮਿਲ ਜਾਵੇ। ਜ਼ਮੀਨ ਹੈ, ਜਾਇਦਾਦ ਹੈ, ਧਨ ਦੌਲਤ ਹੈ, ਜੋ ਵੀ, ਜਦੋਂ ਕਾਮਨਾ ਪੈਦਾ ਹੋ ਗਈ ਵੀ ਇਹ ਮੇਰੀ ਹੋਣੀ ਚਾਹੀਦੀ, ਮੈਨੂੰ ਮਿਲਣੀ ਚਾਹੀਦੀ ਹੈ। ਹੁਣ ਜੇ ਉਹਦੀ ਕਾਮਨਾ ਨੂੰ ਰੋਕਣ ਵਾਸਤੇ ਕੋਈ ਰੁਕਾਵਟ ਖੜੀ ਹੋ ਜਾਵੇ, ਕੋਈ ਪ੍ਰਤਿਬੰਧਕ ਹੋਵੇ, ਕੋਈ ਰੋਕ ਦੇਵੇ, ਜਦੋਂ ਹੀ ਦੇਖਦਾ ਨਾ ਕਿ ਇਹ ਬੰਦਾ ਮੈਨੂੰ ਰੋਕਦਾ, ਮੇਰੀ ਇੱਛਾ ਨਹੀਂ ਪੂਰੀ ਹੋਣ ਦਿੰਦਾ, ਮੇਰੇ ਰਾਹ ਦਾ ਰੋੜਾ, ਫੇਰ ਕੀ ਹੁੰਦਾ? ਮਹਾਰਾਜ ਦੱਸਦੇ ਤਬ ਹੈ ਕ੍ਰੋਧ ਮਨ ਮਾਹੀ ਉਪਾਵੈ, ਕ੍ਰਿਤਾ ਕ੍ਰਿਤ ਨਾ ਪੁੰਨ ਚਿਤ ਆਵੈ। ਉਹਦੇ ਮਨ ਵਿੱਚ ਗੁੱਸਾ ਪੈਦਾ ਹੋ ਜਾਂਦਾ। ਫਿਰ ਦੇਖਦਾ ਥੋੜ੍ਹੀ ਹੈ ਵੀ ਆਹ ਕੰਮ ਕਰਨੇ ਵਾਲਾ ਜਾਂ ਨਹੀਂ ਕਰਨੇ ਵਾਲਾ, ਤੇ ਬਸ ਸਵਾਰਥੀ ਹੋ ਜਾਂਦਾ, ਆਪਣੀ ਲੋੜ ਪੂਰੀ ਕਰਨ ਵਾਸਤੇ ਕ੍ਰੋਧ ਕਰਦਾ ਹੈ। ਤੇ ਫਿਰ ਵਿਚਾਰ ਹੀ ਨਹੀਂ ਕਰਦਾ ਵੀ ਇਹ ਕੰਮ ਕਰਨ ਯੋਗ ਹੈ ਜਾਂ ਨਹੀਂ, ਜਾਂ ਇਹ ਬੋਲਣ ਯੋਗ ਹੈ ਜਾਂ ਨਹੀਂ। ਜਦੋਂ ਬੰਦਾ ਕ੍ਰੋਧਿਤ ਹੁੰਦਾ ਤੇ ਘਰ ਦੇ ਵਿੱਚ ਜਦੋਂ ਕ੍ਰੋਧ ਕਰਦਾ ਤੇ ਉਸ ਵੇਲਾ ਸੋ ਪੁੱਤਰ ਪਿਓ ਨੂੰ ਬੜਾ ਕੁਝ ਬੋਲ ਜਾਂਦਾ। ਸੋ ਇਸੇ ਤਰ੍ਹਾਂ ਭਰਾਵਾਂ ਦਾ ਬੋਲ ਬਰਾਲਾ, ਭੈਣਾਂ ਭਰਾਵਾਂ ਦਾ, ਪਤੀ ਪਤਨੀ ਦਾ, ਜਿਹੜਾ ਬੰਦਾ ਗੁੱਸੇ 'ਚ ਹੁੰਦਾ ਨਾ, ਉਹ ਫਿਰ ਜੋ ਮਰਜ਼ੀ ਮੂੰਹ 'ਚ ਆਇਆ, ਜੋ ਮੂੰਹ 'ਚ ਆਇਆ ਬੋਲ ਦਿੰਦਾ। ਸੋ ਦੇਖਦਾ ਨਹੀਂ ਵੀ ਕੌਣ ਹੈ, ਵੀ ਹੋਰ ਪਰਿਵਾਰ ਦੇ ਮੈਂਬਰ ਵੀ ਹਨ, ਬੱਚੇ ਹਨ। ਸੋ ਬੱਚੇ ਨੇ, ਬੱਚਿਆਂ ਦੇ ਮਨ 'ਤੇ ਕੀ ਅਸਰ ਪਵੇਗਾ? ਪਰ ਬੋਲਣੇ ਵਾਲੇ ਨੂੰ ਕੁਝ ਨਹੀਂ ਦੀਦਾ, ਜਿਹੜਾ ਗੁੱਸੇ 'ਚ ਹੁੰਦਾ, ਕ੍ਰੋਧ ਵਿੱਚ ਹੁੰਦਾ। ਕਹਿੰਦੇ ਹੋਏ ਕ੍ਰੋਧ ਵਸ ਕਰਤ ਕੁਕਰਮ, ਸਭ ਬੁੱਧ ਨਾਸੈ ਤਿਆਗੇ ਧਰਮ। ਜਿਹੜਾ ਬੰਦਾ ਕਾਮਨਾ ਦੇ ਵਸ ਹੋਇਆ, ਕ੍ਰੋਧ ਕਰਦਾ ਤੇ ਆਪਣੀ ਕਾਮਨਾ ਪੂਰਨ ਕਰਨ ਵਾਸਤੇ ਕੁਕਰਮ ਕਰ ਜਾਂਦਾ ਹੈ, ਉਹਦੀ ਬੁੱਧ ਨਸ਼ਟ ਹੋ ਜਾਂਦੀ ਹੈ, ਉਹ ਆਪਣਾ ਧਰਮ ਤਿਆਗ ਦਿੰਦਾ। ਸੋ ਇਹ ਵੀ ਨਹੀਂ ਵੇਖਦਾ ਵੀ ਮੈਂ ਗੁਰੂ ਕਾ ਸਿੱਖ ਹਾਂ। ਗੁਰੂ ਕੇ ਸਿੱਖ ਨੇ ਤਾਂ ਮਿੱਠਾ ਬੋਲਣਾ ਹੁੰਦਾ, ਗੁਰੂ ਕੇ ਸਿੱਖ ਨੇ ਤਾਂ ਆਪਣਾ ਵਿਗਾੜ ਕੇ ਵੀ ਦੂਸਰੇ ਦਾ ਸਵਾਰਨਾ ਹੁੰਦਾ, ਪਰ ਲੋਭੀ ਹੋ ਗਿਆ, ਦੂਸਰੇ ਦਾ ਵੀ ਖੋਹਣ ਲੱਗ ਪਿਆ। ਗੁਰੂ ਕੇ ਸਿੱਖ ਨੇ ਤਾਂ ਦੂਸਰੇ ਦਾ ਪੇਟ ਭਰਨਾ, ਭਾਵੇਂ ਭੁੱਖਾ ਰਹਿ ਜਾਵੇ, ਪਰ ਸਵਾਰਥੀ ਹੋ ਗਿਆ ਨਾ, ਧਰਮ ਤਿਆਗ ਦਿੰਦਾ ਹੈ। ਫਿਰ ਮਾਤਾ ਦਾ ਧਰਮ, ਪਿਤਾ ਦਾ, ਭੈਣ ਭਾਈ ਦਾ, ਪਤੀ ਪਤਨੀ ਦੇ ਧਰਮ ਨੇ ਸਾਰੇ। ਗੁੱਸੇ ਵਿੱਚ ਹੋਇਆ ਆਇਆ ਬੰਦਾ ਕੋਈ ਧਰਮ ਪਾਲਦਾ, ਉਹਦੀ ਨਿਗਾਹ 'ਚ ਕੋਈ ਨਹੀਂ ਧਰਮ ਰਹਿ ਜਾਂਦਾ। ਫਿਰ ਜਬ ਨਰ ਕੂਰ ਕ੍ਰੋਧ ਉਪਾਏ, ਕੋ ਅਸ ਪਾਪ ਜੋ ਕਰ ਨ ਸਕਾਏ। ਜਿਸ ਮਨੁੱਖ ਦੇ ਅੰਦਰ ਕ੍ਰੋਧ ਪੈਦਾ ਹੁੰਦਾ ਹੈ, ਤੇ ਫਿਰ ਕਿਹੜਾ ਐਸਾ ਪਾਪ ਹੈ ਜਿਹੜਾ ਉਹ ਨਹੀਂ ਕਰਦਾ? ਕ੍ਰੋਧੀ ਬੰਦਾ ਇਹ ਥੋੜ੍ਹੀ ਦੇਖਦਾ ਬੜਾ ਵੱਡਾ ਪਾਪ ਹੈ ਵੀ ਨਹੀਂ ਕਰਨਾ, ਇਹ ਬੋਲ ਨਹੀਂ ਬੋਲਣਾ, ਇਹ ਗੱਲ ਨਹੀਂ ਕਰਨੀ ਨਾ, ਵੱਡੇ ਤੋਂ ਵੱਡਾ ਪਾਪ ਕ੍ਰੋਧੀ ਬੰਦਾ ਕਰ ਜਾਂਦਾ ਹੈ। ਮਾਤ ਪਿਤਾ ਗੁਰਦੇਵ ਮਹਾਨੇ, ਕਰਤ ਅਵਗਿਆ ਕਛੂ ਨ ਜਾਣੇ। ਮਾਤਾ ਪਿਤਾ ਇਹਨਾਂ ਦੀ ਵੀ ਅਵਗਿਆ ਕਰਦਾ ਕ੍ਰੋਧੀ ਬੰਦਾ, ਮਾਂ ਬਾਪ ਦਾ ਸਤਿਕਾਰ ਨਹੀਂ ਕਰਦਾ, ਮੋਹਰੇ ਬੋਲਦਾ, ਬੜਾ ਕੁਛ ਕਰ ਜਾਂਦਾ ਹੈ। ਗੁਰਦੇਵ ਗੁਰੂ ਦਾ ਵੀ ਸਤਿਕਾਰ ਨਹੀਂ ਕਰਦਾ ਕ੍ਰੋਧ ਵਿੱਚ ਆ ਕੇ। ਹੁਣ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਵੀ ਸਨ ਅਤੇ ਪਿਤਾ ਵੀ। ਪ੍ਰਿਥੀ ਚੰਦ ਨੇ ਕੋਈ ਸਤਿਕਾਰ ਥੋੜ੍ਹੀ ਕੀਤਾ। ਅਤੇ ਇੰਝ ਕਈ ਐਸੇ ਵਾਕਿਆ ਨੇ ਇਤਿਹਾਸ ਵਿੱਚ ਜਿਹੜੇ ਸਾਨੂੰ ਪਤਾ ਲੱਗਦਾ ਵੀ ਹਾਂ ਵੀ ਸਿੱਖਾਂ ਕੋਲ ਅਵਗਿਆ ਹੁੰਦੀ ਰਹੀ ਹੈ। ਕਰਤ ਅਵਗਿਆ ਕੁਛ ਨਾ ਵਖਾਨੇ। ਮਾਤਾ ਪਿਤਾ ਗੁਰਦੇਵ ਸਮਾਨ ਹੁੰਦੇ ਨੇ, ਮਾਂ ਗੁਰਦੇਵ ਮਾਤਾ ਗੁਰਦੇਵ ਪਿਤਾ, ਪਰ ਕ੍ਰੋਧੀ ਬੰਦਾ ਕਿੱਥੇ ਵੇਖਦਾ? ਸੋ ਮਾਂ ਬਾਪ ਦਾ ਨਿਰਾਦਰ ਕਰ ਜਾਂਦਾ ਹੈ।
ਜੋ ਹੈ ਅਬੱਧ ਬੱਧ ਹੈ ਤਿਨ ਤਾਈ, ਨਿਸ਼ਠਰ ਬਾਕ ਕਹਿ ਸਮਧਾਈ। ਕਠੋਰ ਬੋਲ ਬੋਲਦਾ, ਸੋ ਜੋ ਮਾਰਨ ਯੋਗ ਨਹੀਂ ਉਹਨਾਂ ਨੂੰ ਵੀ ਮਾਰ ਦਿੰਦਾ। ਹੱਤਿਆ ਤਾਂ ਖੈਰ ਮਾੜੀ ਹੈ, ਹੱਤਿਆ ਜਿਹੜੀ ਹੈ ਮਾੜੀ, ਪਰ ਹੱਤਿਆ ਦਾ ਅਪਰਾਧ ਬੜਾ ਵੱਡਾ ਹੈ। ਸੋ ਇਹ ਦੇਖਦਾ ਹੀ ਨਹੀਂ ਹੈ ਵੀ ਇਹ ਮੈਂ ਜੋ ਕਰਦਾ ਪਿਆ ਹਾਂ ਗਲਤ ਹੈ, ਨਾ ਕੁਝ ਨਹੀਂ ਵੇਖਦਾ। ਕ੍ਰੋਧੀ ਬੰਦੇ ਦੀ ਗੱਲ ਕਰਦੇ ਨੇ। ਉਪਜੈ ਕ੍ਰੋਧ ਅਪਰ ਕਿਆ ਕਹਿਨੋ, ਪ੍ਰਾਨ ਬਿਨਾਸੈ ਜਾਏ ਨਾ ਸਹਿਨੋ। ਕ੍ਰੋਧੀ ਬੰਦੇ ਦੀ ਸਹਿਣ ਸ਼ਕਤੀ ਬੜੀ ਘੱਟ ਹੁੰਦੀ ਹੈ, ਅਤੇ ਉਹਨੂੰ ਕੋਈ ਗੱਲ ਕਹਿ ਦੋ ਉਹਨੂੰ ਸਹਾਰ ਨਹੀਂ ਜਾਂਦੀ, ਅਤੇ ਬੰਦਾ ਮਾਰਨ ਤਾਂ ਹੀ ਜਾਂਦਾ, ਬੰਦਾ ਮਾਰਨ ਤਾਂ ਹੀ। ਹੁਣ ਜਿੱਦਾਂ ਧੀਰ ਮੱਲ ਸੀਗਾ, ਸੋ ਇਹਦੇ ਕੋਲ ਸਿਹਾ ਥੋੜ੍ਹੀ ਗਿਆ, ਮੱਥੇ 'ਚ ਗੋਲੀ ਮਹਾਰਾਜ ਦੇ ਮਾਰੀ ਹੈ, ਅਤੇ ਮਾਰਨ ਦਾ ਹੀ ਮਨ ਵਿੱਚ ਇਹਨਾਂ ਦੇ ਫੁਰਨਾ ਸੀ, ਮਾਰ ਦਈਏ ਇਹਨੂੰ। ਸੋ ਇਸ ਕਰਕੇ ਕ੍ਰੋਧੀ ਬੰਦਾ ਜਿਹੜਾ ਨਾ ਪ੍ਰਾਣ ਤੱਕ ਲੈਣ ਨੂੰ ਚਲ ਜਾਂਦਾ, ਔਰ ਕਿੱਡਾ ਵੱਡਾ ਅਪਰਾਧ ਹੈ। ਆਨ ਸਮਾਨ ਨਾ ਪ੍ਰਾਨ ਹਾਨ ਕੈ, ਸੋ ਭੀ ਕਰੇ ਅਜਾਨ ਜਾਨ ਕੈ। ਜਾਣਦਾ ਹੋਇਆ ਅਣਜਾਣ ਬਣ ਜਾਂਦਾ, ਕਿਉਂਕਿ ਕ੍ਰੋਧ ਜਿਹੜਾ ਇਸ ਨੂੰ ਸੋਝੀ ਹੀ ਨਹੀਂ ਆਉਣ ਦਿੰਦਾ, ਕ੍ਰੋਧ ਇਹਦੀ ਮੱਤ ਮਾਰ ਲੈਂਦਾ ਜੀ। ਅਤੇ ਕਿਸੇ ਦੇ ਪ੍ਰਾਣਾਂ ਨੂੰ ਖਤਮ ਕਰ ਦੇਣਾ, ਮਹਾਰਾਜ ਕਹਿੰਦੇ ਇਹ ਬੜਾ ਵੱਡਾ ਅਪਰਾਧ ਹੈ ਮੱਖਣ ਸ਼ਾਹ। ਅਤੇ ਕ੍ਰੋਧੀ ਬੰਦਾ ਇੱਕਦਮ ਕਰ ਜਾਂਦਾ, ਇੱਕਦਮ ਕਹਿੰਦੇ। ਜੇ ਕ੍ਰੋਧਤ ਹੋਏ ਬਸ ਨਹਿ ਚਲਾ, ਉਰ ਮੈਂ ਤਪਤੈ ਕਾਮ ਨਾ ਮਿਲੈ। ਜੇ ਇਹਦੀ ਕਾਮਨਾ ਨਾ ਪੂਰੀ ਹੋਵੇ ਨਾ, ਤੇ ਫਿਰ ਇਹਦਾ ਕ੍ਰੋਧ ਬੇਕਾਬੂ ਹੋ ਜਾਂਦਾ, ਅਤੇ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ, ਉਹ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਵੱਡੇ ਤੋਂ ਵੱਡਾ ਨੁਕਸਾਨ ਕਰਵਾ ਲੈਂਦਾ ਹੈ। ਤੇ ਦੁੱਖ ਤੇ ਨ ਕਰੇ ਅਹਾਰਾ, ਨਿਸਮੈ ਨੀਂਦ ਨ ਪਾਏ ਦੁਖਾਰਾ। ਜਦੋਂ ਦੀ ਕਾਮਨਾ ਨਹੀਂ ਪੂਰੀ ਹੁੰਦੀ ਹੈ ਨਾ, ਅਤੇ ਉਸ ਵੇਲੇ ਰਾਤਾਂ ਨੂੰ ਸੌਂਦਾ ਨਹੀਂ, ਦਿਨੇ ਦੀ ਚੈਨ ਇਹਦੀ ਖਤਮ ਹੋ ਜਾਂਦੀ ਹੈ। ਗੁੱਸਾ ਆਈ ਜਾਂਦਾ, ਕ੍ਰੋਧ ਆਈ ਜਾਂਦਾ, ਕਹਿੰਦੇ ਰੋਟੀ ਛੱਡ ਦਿੰਦਾ, ਭੁੱਖ ਨਹੀਂ ਲੱਗਦੀ। ਦਿਵਸ ਜਾਮਨੀ ਇਮ ਤਪਤਾਵੈ, ਅਨਕ ਭਾਂਤ ਸੰਕਲਪ ਉਠਾਵੈ। ਦਿਨ ਰਾਤ ਤਪਦਾ, ਦਿਨ ਰਾਤ ਸਰਪ ਜੈਸੇ ਅਰਜਾਰੀ। ਮਹਾਰਾਜ ਸੱਚੇ ਪਾਤਸ਼ਾਹ ਨੇ ਸੱਪ ਹੁੰਦਾ ਨਾ, ਸੋ ਆਪਣੀ ਜ਼ਹਿਰ ਦੇ ਨਾਲ ਤੜਫਦਾ, ਨਾ ਉਹਨੂੰ ਰਾਤ ਨੀਂਦਰ ਨਾ ਦਿਨ ਚੈਨ, ਜ਼ਹਿਰ ਕਰਕੇ ਤੜਫਦਾ। ਕ੍ਰੋਧੀ ਬੰਦਾ ਆਪਣੇ ਕ੍ਰੋਧ ਕਰਕੇ ਤੜਫਦਾ। ਸੋ ਕਿੱਥੇ ਉਹਨੂੰ ਨੀਂਦਰ ਪੈਂਦੀ ਆ, ਦਿਨੇ ਦਾ ਚੈਨ ਉਹਦਾ ਖਤਮ ਹੋ ਜਾਂਦਾ, ਅਤੇ ਕਈ ਤਰ੍ਹਾਂ ਦੇ ਸੰਕਲਪ ਅੰਦਰੋਂ ਪੈਦਾ ਹੁੰਦੇ ਰਹਿੰਦੇ ਨੇ। ਗਿਣਤੀ ਗਿਣ ਹੈ ਨਾ ਊਰ ਕੇ ਆਵੈ, ਏਵ ਕਸ਼ਟ ਮੈਂ ਬੈਸ ਬਿਤਾਵੈ। ਉਹ ਗਿਣਤੀਆਂ ਮਿਣਤੀਆਂ ਦੇ ਵਿੱਚ ਇਹ ਨਿਕਲ ਜਾਂਦਾ, ਉਹਦੀਆਂ ਗਿਣਤੀਆਂ ਮਿਣਤੀਆਂ ਮਨ ਵਿੱਚ ਇੱਦਾਂ ਉਤਰਾ ਚੜਾ ਚੜ੍ਹਦੇ ਨੇ, ਉਹਨਾਂ ਦਾ ਓੜ ਕੇ ਕੋਈ ਨਹੀਂ। ਇੰਝ ਇਸੇ ਤਰ੍ਹਾਂ ਦੇ ਕਸ਼ਟ ਵਿੱਚ ਉਮਰ ਨਿਕਲ ਜਾਂਦੀ। ਕ੍ਰੋਧੀ ਬੰਦੇ ਦਾ ਇਹ ਹਾਲ ਹੁੰਦਾ। ਪਾਤਸ਼ਾਹ ਕਹਿੰਦੇ ਇਸ ਕਰਕੇ ਕ੍ਰੋਧ ਨੂੰ ਤਿਆਗਣ 'ਚ ਭਲਾਈ ਹੈ ਵੀ, ਕ੍ਰੋਧ ਨਹੀਂ ਕਰੀਦਾ। ਪਾਤਸ਼ਾਹ ਕਹਿੰਦੇ ਮਤ ਸਰ ਮਹਿਤ ਅਸੂਇਆ ਧਾਰੈ, ਇਤਿਆਦਿਕ ਉਪਜਾਏ ਵਿਕਾਰੈ। ਜਿਹੜਾ ਕ੍ਰੋਧੀ ਬੰਦਾ ਹੁੰਦਾ ਨਾ, ਉਹਦੇ ਅੰਦਰ ਹੰਕਾਰ, ਈਰਖਾ, ਇੱਦਾਂ ਦੇ ਬੜੇ ਵਿਕਾਰ ਪੈਦਾ ਹੋ ਜਾਂਦੇ ਨੇ। ਕਹਿੰਦੇ ਜਾਂ ਤੇ ਕਾਮ ਮੂਲ ਮਨ ਜਾਨ, ਅਪਰ ਵਿਕਾਰ ਕਾਂਡ ਫਲ ਮਾਨ। ਕ੍ਰੋਧ ਕਿਉਂ ਪੈਦਾ ਹੋਇਆ? ਕਿਉਂਕਿ ਕਾਮਨਾ ਕਰਕੇ, ਕਾਮਨਾ ਪੈਦਾ ਹੋਈ, ਕਾਮਨਾ ਪੂਰੀ ਨਹੀਂ ਹੋਈ, ਕ੍ਰੋਧ ਪੈਦਾ ਹੋ ਗਿਆ। ਇਸ ਕਰਕੇ ਮਹਾਰਾਜ ਜੀ ਕਹਿੰਦੇ ਵੀ ਸਾਰੇ ਵਿਕਾਰਾਂ ਦਾ ਮੂਲ ਹੀ ਕਾਮ ਹੈ। ਕਾਮਨਾ ਜਿਹੜੀ, ਕਾਮ ਦੋਨੇ ਤਰ੍ਹਾਂ, ਕਾਮਨਾ ਵਾਲਾ ਵੀ ਕਾਮ ਅਤੇ ਵਿਸ਼ੇ ਵਾਸ਼ਨਾ ਵਾਲਾ ਵੀ ਕਾਮ। ਸੋ ਇਹ ਨਾ ਮੂਲ ਕਾਮਨਾ ਆ। ਬਾਕੀ ਜਿਹੜੇ ਵਿਕਾਰ ਨੇ ਉਹ ਤਾਂ ਪੱਤੀਆਂ ਆ, ਫੁੱਲ ਫਲ ਆ। ਕਹਿੰਦੇ ਜਿੱਦਾਂ ਮੁੱਢ ਕੱਟ ਦਿਓ ਅਤੇ ਪੱਤੀਆਂ, ਫੁੱਲ, ਫਲ ਉਹ ਸਾਰੇ ਸੁੱਕ ਜਾਂਦੇ ਨੇ। ਮੁੱਢ ਕੱਟ ਦਿਓ, ਕਾਮਨਾ ਹੀ ਕੱਟ ਦਿਓ, ਇੱਛਾ ਹੀ ਨਾ ਪੈਦਾ ਹੋਵੇ, ਬਾਕੀ ਵਿਕਾਰ ਸਾਰੇ ਖਤਮ ਹੋ ਜਾਂਦੇ ਆ। ਜਬ ਹੈ ਮੂਲ ਕੋ ਦੇਹ ਉਖੇਰ, ਸ਼ਾਖਾ ਪੱਤਰ ਨ ਫਲ ਹੈ ਫੇਰ। ਜਿੱਦਾਂ ਦਰਖਤ ਨੂੰ ਮੁੱਢ ਤੋਂ ਪੱਟ ਕੇ ਸੁੱਟ ਦਈਏ, ਅਤੇ ਉਹਦੀਆਂ ਟਹਿਣੀਆਂ, ਉਹਦੇ ਪੱਤੇ, ਉਹਦੇ ਫੁੱਲ ਫਲ ਮੁੜ ਕੇ ਫਲਦੇ ਨਹੀਂ ਹੈ, ਸੁੱਕ ਜਾਂਦੇ ਹੈ। ਭਾਵ ਜੇ ਕਾਮਨਾ ਨੂੰ ਹੀ ਆਪਣੇ ਅੰਦਰੋਂ ਪੱਟ ਕੇ ਸਿੱਟ ਦਿਓ, ਫਿਰ ਕੀ ਹੈ, ਕੋਈ ਵਿਕਾਰ ਨਹੀਂ ਕਹਿੰਦੇ ਫਲਦਾ, ਸਾਰੇ ਵਿਕਾਰ ਖਤਮ ਹੋ ਜਾਂਦੇ ਨੇ। ਇਮ ਅਵਗੁਣ ਉਰ ਤੇ ਪਰ ਹਰੈ,
ਸਤਿਗੁਣ ਆਨ ਪ੍ਰਵੇਸ਼ਨ ਕਰੈ। ਇਸ ਤਰ੍ਹਾਂ ਨਾ ਮੱਖਣ ਸ਼ਾਹ ਆਪਣੇ ਹਿਰਦੇ ਦੇ ਵਿੱਚੋਂ ਅਵਗੁਣਾਂ ਦਾ ਤਿਆਗ ਕਰੀਦਾ ਹੁੰਦਾ। ਜਿਹਦੇ ਸ਼ੁਭ ਗੁਣ ਹੁੰਦੇ ਨੇ ਆਪਣੇ ਆਪ ਪ੍ਰਵੇਸ਼ ਕਰ ਜਾਂਦੇ ਆ। ਜਿੰਨਾ ਚਿਕਰ ਅਵਗੁਣ ਹਨ ਉਨਾ ਚਿਕਰ ਸ਼ੁਭ ਗੁਣ ਪ੍ਰਵੇਸ਼ ਨਹੀਂ ਕਰਦੇ। ਜਿੰਨਾ ਚਿਕਰ ਸ਼ੁਭ ਗੁਣ ਨਹੀਂ ਹੁੰਦੇ ਉਨਾ ਚਿਕਰ ਬੰਦਗੀ ਨਹੀਂ ਹੁੰਦੀ ਹੈ। ਇਸ ਕਰਕੇ ਮੱਖਣ ਸ਼ਾਹ ਇਹ ਜਿਹੜੀ ਕਾਮਨਾ ਹੈ ਨਾ, ਇਹਨੂੰ ਛੱਡਣ 'ਚ ਭਲਾਈ ਹੈ। ਕਰਨੀ ਸ਼ਿਮਾ ਮਹਾ ਤਪ ਜਾਨ, ਸ਼ਿਮਾ ਕਰਨ ਹੀ ਦਬੂ ਦਾਨ। ਹੁਣ ਮਹਾਰਾਜ ਜੀ ਕਹਿ ਰਹੇ ਨੇ ਨਾ ਆਪਣੀਆਂ ਵਸਤਾਂ ਮੋੜ ਦੇ। ਉਹ ਹੁਣ ਮੱਖਣ ਸ਼ਾਹ ਧੀਰਮਲ ਨੂੰ ਸ਼ਿਮਾ ਕਰੂ ਤਾਂ ਮੋੜੂਗਾ। ਸ਼ਿਮਾ ਕਰਨ ਦੇ ਮੂਡ ਵਿੱਚ ਨਹੀਂ ਸੀ ਅਜੇ। ਮਹਾਰਾਜ ਉਹਨੂੰ ਦੱਸਦੇ ਨੇ, ਕਹਿੰਦੇ ਮੱਖਣ ਸ਼ਾਹ ਜਿਹੜਾ ਕਿਸੇ ਅਪਰਾਧੀ ਨੂੰ ਸ਼ਿਮਾ ਕਰ ਦੇਣਾ ਨਾ, ਬੜਾ ਵੱਡਾ ਤਪ ਆ। ਕਹਿੰਦੇ ਜਿੰਨਾ ਚਿਕਰ ਅੰਦਰ ਸੰਤੋਖ ਨਹੀਂ ਆ ਉਹਨਾਂ ਚਿਕਰ ਬੰਦਾ ਸ਼ਿਮਾ ਨਹੀਂ ਕਰ ਸਕਦਾ। ਉਹ ਸ਼ਿਮਾ ਕਰ ਦੇਣਾ ਇਹ ਸਭ ਤੋਂ ਵੱਡਾ ਦਾਨ ਹੈ। ਮਹਾਰਾਜ ਜੀ ਕਹਿੰਦੇ ਸ਼ਿਮਾ ਸਕਲ ਤੀਰਥ ਇਸ਼ਨਾਨ, ਸ਼ਿਮਾ ਕਰਤ ਨਰ ਕੀ ਕਲਿਆਣ। ਇਹ ਬਹੁਤ ਵੱਡਾ ਤੀਰਥ ਇਸ਼ਨਾਨ ਹੈ ਜਿਹੜਾ ਕਿਸੇ ਨੂੰ ਸ਼ਮਾ ਕਰ ਦੇਣਾ। ਸੋ ਜਿਹੜੀ ਕਿਸੇ ਨੂੰ ਸ਼ਮਾ ਕਰ ਦੇਣਾ ਨਾ, ਸੋ ਇਹਦੇ ਨਾਲ ਜਿਹੜਾ ਸ਼ਮਾ ਕਰਦਾ ਉਹਦੀ ਵੀ ਕਲਿਆਣ ਹੈ। ਜਿਹੜਾ ਅਪਰਾਧੀ ਹੁੰਦਾ ਨਾ ਉਹਦੀ ਵੀ ਕਲਿਆਣ ਹੋ ਜਾਂਦੀ ਹੈ। ਉਹ ਫਿਰ ਨਾ ਸ਼ਰਮ ਵਿੱਚ ਝੁਕ ਜਾਂਦਾ ਵੀ ਮੈਂ ਐਡਾ ਵੱਡਾ ਅਪਰਾਧ ਕੀਤਾ, ਇਹਦੇ ਮਨ 'ਚ ਕੋਈ ਗਰੋਸ਼ ਹੀ ਨਹੀਂ, ਕੋਈ ਗੁੱਸਾ ਹੀ ਨਹੀਂ ਹੈ। ਸ਼ਿਮਾ ਸਮਾਨ ਆਨ ਗੁਣ ਨਾਹੀ, ਜਾਂ ਤੇ ਸ਼ਿਮਾ ਤਰੋ ਮਨ ਮਾਹੀ। ਤੇ ਸ਼ਿਮਾ ਵਰਗਾ ਹੋਰ ਕੋਈ ਗੁਣ ਨਹੀਂ ਹੈ। ਇਸ ਕਰਕੇ ਆਪਣੇ ਮਨ ਵਿੱਚ ਸ਼ਿਮਾ ਨੂੰ ਧਾਰਨ ਕਰ ਮੱਖਣ ਸ਼ਾਹ। ਤੇ ਇਹ ਸਮਾਨ ਜਿਹੜਾ ਮੋੜਿਆ ਮਹਾਰਾਜ ਜੀ ਕਹਿੰਦੇ ਮਾਫ ਕਰਦੇ, ਕਹਿੰਦੇ ਉਸਨੂੰ। ਸਤਿਗੁਣ ਕੋ ਨੈ ਤਿਆਗਨ ਕੀਜੈ, ਸਦਾ ਰਿਧੀ ਮੈਂ ਇਸ ਥੀਰ ਕੀਜੈ। ਜਿਹੜੇ ਚੰਗਾ ਸੁਭਾਅ ਹੁੰਦਾ ਨਾ ਉਹਦਾ ਕਦੀ ਤਿਆਗ ਨਹੀਂ ਕਰੀਦਾ। ਜਿੱਦਾਂ ਕਬੀਰ ਸਾਹਿਬ ਜੀ ਕਹਿੰਦੇ ਸੰਤ ਨਾ ਛੋਡੇ ਸੰਤ ਚੀ, ਕੋਟਿਕ ਮਿਲੇ ਅਸੰਤ, ਮਲਿਆਗਰ ਭਯੰਗਮ ਵਿਹੜਿਓ ਤਾਂ ਸ਼ੀਤਲਤਾ ਨਾ ਤਿਜੰਤ। ਚੰਦਨ ਦੇ ਦਰਖਤ ਨੂੰ ਸੱਪਾਂ ਨੇ ਸੋ ਲਪੇਟੇ ਮਾਰੇ ਹੁੰਦੇ ਆ। ਉਹ ਚੰਦਨ ਦਾ ਦਰਖਤ ਜਿਹੜਾ ਸੱਪਾਂ ਦੀ ਜ਼ਹਿਰ ਘੱਟ ਕਰ ਦਿੰਦਾ, ਪਰ ਸੱਪਾਂ ਦਾ ਜ਼ਹਿਰ ਕਦੀ ਕਬੂਲ ਨਹੀਂ ਕਰਦਾ। ਕ੍ਰੋਧੀ ਦਾ ਕ੍ਰੋਧ ਨਹੀਂ ਕਦੀ ਕਬੂਲ ਕਰਦਾ ਜਿਹੜਾ ਸ਼ਾਂਤ ਆਤਮਾ ਸੰਤ ਹੁੰਦਾ, ਬਲਕਿ ਕ੍ਰੋਧੀ ਨੂੰ ਵੀ ਸ਼ਾਂਤ ਕਰ ਦਿੰਦਾ। ਤੂੰ ਸਤਿਗੁਣ ਵਾਲਾ ਆ, ਗੁਰੂ ਕਾ ਸਿੱਖ ਹੈ, ਇਸ ਕਰਕੇ ਉਹਨੂੰ ਸ਼ਿਮਾ ਕਰਦੇ, ਕ੍ਰੋਧ ਨੂੰ ਤਿਆਗ ਦੇ। ਸੋ ਜਿਹੜਾ ਸਤਿਗੁਣਾਂ ਨੂੰ ਧਾਰਨ ਕਰਦਾ ਹੈ ਉਹ ਆਪਣੇ ਅੰਦਰ ਟਿਕਾ ਬਣਾ ਸਕਦਾ। ਜਿਸ ਦੇ ਅੰਦਰ ਸਤਿਗੁਣ ਨਹੀਂ ਰਹਿੰਦੇ ਉਹ ਹਿਰਦੇ ਵਿੱਚ ਕਦੀ ਟਿਕਾ ਨਹੀਂ ਬਣਾ ਸਕਦਾ। ਮਹਾਰਾਜ ਕਹਿੰਦੇ ਇਸ ਕਰਕੇ ਬੜਾ ਫਾਇਦਾ, ਜਿਹੜਾ ਸ਼ਿਮਾ ਕਰਨੇ ਵਾਲਾ ਉਹਨੂੰ ਅਧਿਆਤਮਿਕ ਬੜਾ ਲਾਭ ਪ੍ਰਾਪਤ ਹੋ ਜਾਂਦਾ। ਇਸ ਪ੍ਰਕਾਰ ਜਬ ਸਤਿਗੁਰੂ ਮੱਖਣ ਕਉ ਬਹੁ ਬਾਰ। ਇੰਝ ਜਦੋਂ ਗੁਰੂ ਸਾਹਿਬ ਜੀ ਨੇ ਮੱਖਣ ਸ਼ਾਹ ਨੂੰ ਸਾਰਾ ਦਲੀਲਾਂ ਦੇ ਨਾਲ ਉਪਦੇਸ਼ ਦਿੱਤਾ, ਸਮਝਾਇਆ ਵੀ ਚਲੋ ਧੀਰਮਲ ਨੇ ਤਾਂ ਗਲਤੀ ਕੀਤੀ ਹੈ ਤੇ ਇਹ ਸਾਡਾ ਸਿੱਖ ਹੈ, ਇਹ ਕਿਉਂ ਗਲਤੀ ਕਰੇ, ਸਮਝਾਇਆ ਇਸੇ ਕਰਕੇ। ਧੀਰਮਲ ਕੀ ਵਸਤ ਸਭ ਫੇਰੋ ਕਰਤੇ ਉਚਾਰ। ਕਹਿੰਦੇ ਮੋੜ ਦਿਓ। ਮਹਾਰਾਜ ਪਾਤਸ਼ਾਹ ਕਹਿੰਦੇ ਇਹਨਾਂ ਦੀ ਵਸਤੂ ਕੋਈ ਨਹੀਂ ਰੱਖਣੀ ਆਪਾਂ। ਕਹਿੰਦੇ ਮਾਤ ਨਾਨਕੀ ਤਬ ਚਲ ਆਈ, ਜਿਸ ਘੇਰ ਦੇ ਅਧਿਕ ਰਿਸ ਛਾਈ। ਹੁਣ ਇੰਨੇ 'ਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਨਨੀ ਮਾਤਾ ਸੋ ਆ ਗਏ। ਉਹਨਾਂ ਦੇ ਅੰਦਰ ਗੁੱਸਾ ਸੀ ਮਾਤਾ ਜੀ ਦੇ। ਕਿਉਂ? ਕਿਉਂਕਿ ਗੋਲੀ ਚਲਾਈ ਉਹਨਾਂ ਨੇ ਆਣ ਕੇ, ਫਿਰ ਸਾਰਾ ਸਮਾਨ ਲੁੱਟਿਆ, ਘਰ ਦੇ ਭਾਂਡੇ ਤੱਕ ਉਹ ਲੈ ਗਏ ਸੀਗੇ। ਅਤੇ ਜਿਹੜੇ ਮੱਖਣ ਸ਼ਾਹ ਜਾਂ ਹੋਰ ਸਿੱਖਾਂ ਨੇ ਆਣ ਕੇ ਮੱਥਾ ਟੇਕਿਆ, ਜੋ ਸੋ ਪੂਜਾ ਚੜ੍ਹਤ ਸੀ ਸਾਰੀ, ਅਤੇ ਉਹ ਕਿਹੜਾ ਸੋ ਉਹਨਾਂ ਦੇ ਘਰ ਗਏ ਸੀ ਅਤੇ ਸਿੱਖਾਂ ਨੇ ਇੱਥੇ ਆਣ ਕੇ ਮੱਥਾ ਟੇਕਿਆ ਸੀ ਸੰਗਤ ਨੇ। ਉਹਨਾਂ ਦਾ ਤਾਂ ਹੱਕ ਹੀ ਨਹੀਂ ਸੀ ਬਣਦਾ। ਅਤੇ ਉਸ ਵਕਤ ਇਹ ਉਹ ਲੈ ਕੇ ਗਏ ਅਤੇ ਗੁੱਸਾ ਸੀ ਮਾਤਾ ਦੇ ਮਨ ਦੇ ਵਿੱਚ। ਧੀਰਮਲ ਕੀਨ ਸਿ ਅਪਰਾਧੂ, ਤਿਸ ਕੋ ਹਿਤ ਚੈ ਪੁਨੇ ਸਾਧੂ। ਮਾਤਾ ਜੀ ਕਹਿੰਦੇ ਮੱਖਣ ਸ਼ਾਹ ਨੂੰ, ਮੱਖਣ ਸ਼ਾਹ ਧੀਰਮਲ ਨੇ ਬਹੁਤ ਵੱਡਾ ਅਪਰਾਧ ਕੀਤਾ, ਪਰ ਮੇਰਾ ਜਿਹੜਾ ਬੇਟਾ ਹੈ ਨਾ ਇਹ ਸਾਧੂ ਹੈ। ਵੀ 10 ਅਪਰਾਧੀਆਂ ਦਾ ਵੀ ਭਲਾ ਕਰਦੇ ਪਏ ਨੇ ਇਹੋ। ਕਹਿੰਦੇ ਜੋਗ ਦੰਡ ਕੋ ਸ਼ਤਰ ਵਿਸਾਲਾ,
ਜਵਾਲਾ ਬਮਣੀ ਹੱਥ ਤਿਸ ਕਾਲਾ। ਬਹੁਤ ਵੱਡੀ ਗੱਲ ਸੀ, ਗੋਲੀ ਚਲਾ ਦੇਣੀ ਸੋ ਬਹੁਤ ਵੱਡੀ ਗੱਲ ਸੀ। ਇਸ ਕਰਕੇ ਉਹ ਗੱਲ ਬਹੁਤ ਫੈਲੀ ਹੈ ਸਾਰੇ ਬਕਾਲੇ ਦੇ ਵਿੱਚ, ਆਲੇ ਦੁਆਲੇ ਪਿੰਡਾਂ ਦੇ ਵਿੱਚ, ਵੀ ਧੀਰਮਲ ਨੇ ਗੋਲੀ ਚਲਾ ਦਿੱਤੀ ਗੁਰੂ ਸਾਹਿਬ 'ਤੇ। ਹੁਣ ਉਹੀ ਗੱਲ ਮਾਤਾ ਜੀ ਕਹਿੰਦੇ ਵੀ ਜਿਸ ਨੇ ਆਣ ਕੇ ਗੋਲੀ ਚਲਾਤੀ, ਉਹ ਵੀ ਇੱਕ ਵਾਰ ਨਹੀਂ 2 ਵਾਰੀ ਗੋਲੀ ਚਲਾਈ ਹੈ। ਪਹਿਲੋਂ ਬਾਹਰ ਸੈਰ ਕਰਨ ਗਿਆ ਸੀ, ਉੱਥੇ ਵੀ ਗੋਲੀ ਚਲਾਈ, ਨਹੀਂ ਲੱਗੀ। ਘਰ ਵਿੱਚ ਆਣ ਕੇ ਗੋਲੀ ਚਲਾਤੀ। ਅਤੇ ਇਹ ਛੋਟਾ ਅਪਰਾਧ ਥੋੜ੍ਹੀ ਹੈ, ਉਹ ਦੰਡ ਦੇ ਯੋਗ ਹੈ। ਧੀਰਮਲ ਉਹਦੇ ਮਸੰਦ ਜਿਹੜੇ ਨੇ, ਪ੍ਰਾਨ ਹਾਨ ਲਗ ਕੀਨ ਕੁਟਾਈ, ਹਮ ਘਰ ਕੀ ਸਭ ਵਸਤ ਲੁਟਾਈ। ਮਾਰਨ ਤਿੱਕਰ ਉਹ ਗਏ, ਫਿਰ ਸਭ ਕੁਝ ਸਾਡਾ ਡੇਰਾ ਲੁੱਟ ਪੁੱਟ ਲਿਆ। ਮਾਤਾ ਜੀ ਕਹਿੰਦੇ ਇਮ ਅਸਮੰਜਸ ਲਖ ਕਰ ਆਈ, ਮੱਖਣ ਸਹਿਤ ਉੱਠੇ ਅਗਵਾਈ। ਜਦੋਂ ਮਾਤਾ ਜੀ ਨਾ ਆਉਂਦੇ ਆਉਂਦੇ, ਜਿੱਦਾਂ ਬੰਦਾ ਸੋ ਬੋਲਦਾ ਬੋਲਦਾ ਆ ਜਾਂਦਾ ਨਾ ਦਰਵਾਜ਼ੇ 'ਚੋਂ, ਇੱਦਾਂ ਹੀ ਮਾਤਾ ਜੀ ਸੋ ਬਾਹਰੋਂ ਬੋਲਦੇ ਬੋਲਦੇ 2 ਗੱਲਾਂ ਕਹਿ ਦਿੱਤੀਆਂ। ਮੱਖਣ ਨੇ ਦੇਖਿਆ ਮਾਤਾ ਜੀ ਆ ਗਏ, ਗੁਰੂ ਸਾਹਿਬ ਜੀ ਵੀ ਉੱਠੇ ਨੇ, ਮੱਖਣ ਸ਼ਾਹ ਵੀ ਉੱਠਿਆ। ਮਾਤਾ ਜੀ ਦਾ ਸਤਿਕਾਰ ਮੱਖਣ ਸ਼ਾਹ ਨੇ ਕੀਤਾ, ਮਾਤਾ ਜੀ ਦੇ ਪੈਰੀਂ ਹੱਥ ਲਾਇਆ। ਸ਼੍ਰੀ ਗੁਰ ਭਿਖ ਕੈ ਤੂਸ਼ਨ ਰਹੇ, ਅਪਰ ਪੇ ਨਹੀਂ ਬਾਕ ਕਿਸੁ ਕਹੇ। ਹੁਣ ਸਤਿਗੁਰੂ ਚੁੱਪ ਕਰ ਗਏ। ਮਾਤਾ ਜੀ ਆ ਗਏ ਆ। ਮਾਤਾ ਜੀ ਨੇ ਆਪਣੇ ਅੰਦਰਲਾ ਗਵਾਰ ਵੀ ਕੱਢਣਾ ਸੀਗਾ ਵੀ ਕਿਵੇਂ ਕਿਵੇਂ ਉਹਨਾਂ ਨੇ ਕੀਤੀ ਹੈ, ਕੀ ਕਹਿੰਦੇ ਮਾਤਾ ਜੀ ਜੋ ਬਚਨ ਕਰਦੇ ਨੇ। ਹੁਣ ਮੱਖਣ ਸ਼ਾਹ ਸੁਣਦਾ ਪਿਆ। ਦੀਰਘ ਸੀਤਲ ਸਵਾਸਨ ਲੀਨਸ, ਚਲ ਪੁਰ ਪੁਲਤ ਬਿਲੋਚਨ ਕੀਨਸ। ਮਹਾਂਬੈਰਾਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੋ ਆਨੰਦ ਦੇ ਵਿੱਚ ਆਪਣੇ ਆਪ ਦੇ ਵਿੱਚ ਟਿਕ ਕੇ ਬੜੇ ਟਿਕਾ ਦੇ ਨਾਲ ਸਤਿਗੁਰੂ ਜੀ ਬਹਿ ਗਏ। ਹੁਣ ਭੋ ਮੱਖਣ ਸਿੱਖ ਸੁਣੀਏ ਬਾਤ, ਮਮ ਸੁਤ ਸਦਾ ਰਹਿਤ ਇਹ ਭਾਂਤ। ਕਹਿੰਦੇ ਮੱਖਣ ਮੇਰਾ ਜਿਹੜਾ ਪੁੱਤਰ ਹੈ ਇੱਦਾਂ ਹੀ ਰਹਿੰਦਾ। ਸੋ ਇਹ ਮੈਂ ਕੀ ਦੱਸਾਂ ਇਹਦੀਆਂ ਗੱਲਾਂ। ਪਹਿ ਪੰਚ ਭਰਾਤਾ ਭਰ ਵੀਰ, ਛਤਰੀ ਧਰਮ ਵਿਖੇ ਧਰਤੀ। ਬਚਪਨ ਚੇਤੇ ਆ ਗਿਆ ਮਾਤਾ ਨਾਨਕੀ ਜੀ ਨੂੰ। ਮਾਤਾ ਨੂੰ ਹੁਣ ਬਚਪਨ ਦਾ ਆਪਣੇ ਬੱਚਿਆਂ ਦਾ ਚੇਤੇ ਹੁੰਦਾ ਸਾਰੇ। ਹੁਣ ਜਦੋਂ ਬਚਪਨ ਚੇਤੇ ਆ ਤਾਂ ਉਹ ਗੱਲਾਂ ਸ਼ੁਰੂ ਕਰਤੀਆਂ। ਕਹਿੰਦੇ 5 ਭਰਾ, ਮੱਖਣੇ 5 ਭਰਾ ਬੜੇ ਬਹਾਦਰ ਸਨ। ਛਤਰੀ ਧਰਮ ਦੇ ਵਿੱਚ ਬੜੇ ਨਿਪੁੰਨ। ਹੁਣ ਗੁਰੂ ਤੇਗ ਬਹਾਦਰ ਜੀ ਤਾਂ ਬੜੇ ਯੋਧੇ ਸੀ ਨਾ। ਇਹਨਾਂ ਨੇ ਵੀ ਜਦੋਂ ਕਰਤਾਰਪੁਰ ਦੀ ਲੜਾਈ ਹੋਈ ਆ, ਗੁਰੂ ਤੇਗ ਬਹਾਦਰ ਜੀ ਨੇ ਉੱਥੇ ਤੇਗ ਦੇ ਜੌਹਰ ਦਿਖਾਲੇ। ਨਹੀਂ ਤਾਂ ਇਹਨਾਂ ਦਾ ਨਾਂ ਸੀ ਤਿਆਗ ਮੱਲ। ਜਦੋਂ ਕਰਤਾਰਪੁਰ ਦੀ ਲੜਾਈ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਕਿਰਪਾਨ ਦੇ ਨਾਲ ਜੌਹਰ ਦਿਖਾਲੇ ਹਨ, ਅਤੇ ਮਹਾਰਾਜ ਕਹਿੰਦੇ ਨੇ ਹੁਣ ਤਿਆਗ ਮੱਲ ਨਹੀਂ, ਇਹ ਤੇਗ ਬਹਾਦਰ ਹੈ, ਤੇਗ ਦਾ ਤਾਂ ਨਹੀਂ ਹੈ। ਅਤੇ ਇਹ 5 ਬੜੇ ਵੀਰ ਕਹਿੰਦੇ। ਵੱਡੋ ਭਰਾਤਾ ਗੁਰ ਦਿੱਤਾ ਭਇਓ, ਸਭ ਤੇ ਲਗ ਮਮ ਸੁਤ ਜਨਮਿਓ। ਵੱਡਾ ਭਰਾ ਇਹਨਾਂ ਦਾ ਗੁਰਦਿੱਤਾ, ਅਤੇ ਬੜਾ ਵੀਰ, ਬੜਾ ਯੋਧਾ, ਅਤੇ ਸਾਰਿਆਂ ਤੋਂ ਛੋਟਾ ਮੇਰਾ ਪੁੱਤਰ। ਕਹਿੰਦੇ ਇਹਨਾਂ ਦੀ ਗੱਲ ਕਰਦੇ। ਨ ਵਿਵਹਾਰ ਰੁਚੇ ਜਿਸ ਕੋਈ, ਬੈਠੇ ਨਿਤ ਇਕਾਂਤ ਕੋ ਹੋਈ। ਬਚਪਨ ਤੋਂ ਹੀ ਇਹਨਾਂ ਦਾ ਕਿਸੇ ਵੀ ਕਾਰ ਵਿਹਾਰ ਦੇ ਵਿੱਚ ਮਨ ਨਹੀਂ ਲੱਗਦਾ। ਬਚਪਨ ਤੋਂ ਹੀ ਇਕਾਂਤ ਚਾਹੁੰਦੇ ਨੇ, ਇਕਾਂਤ। ਨਹ ਬੋਲਨ ਕਰਤੋ ਕੇ ਸੰਗ, ਲੈਣ ਦੇਣ ਤਾਂ ਕਹਾਂ ਸੋ ਢੱਗ। ਕਿਸੇ ਦੇ ਨਾਲ ਲੈਣ ਦੇਣ ਕਰਨਾ ਤਾਂ ਦੂਰ ਦੀਆਂ ਗੱਲਾਂ, ਇਹ ਤਾਂ ਕਿਸੇ ਦੇ ਨਾਲ ਬੋਲਦੇ ਵੀ ਨਹੀਂ ਸੀ ਹੁੰਦੇ। ਬਚਪਨ ਦੇ ਵਿੱਚ ਸੀਗੇ, ਜ਼ਿਆਦਾ ਗੱਲ ਨਹੀਂ ਸੀ ਕਰਦੇ ਹੁੰਦੇ। ਜਿੰਨੀ ਕੁ ਗੱਲ ਪੁੱਛ ਲਓ ਉਨੀ ਕੁ ਗੱਲ ਦਾ ਜਵਾਬ ਦੇ ਦਿੰਦੇ ਹੁੰਦੇ ਸੀ। ਜਿਵੇਂ ਆਮ ਬੱਚੇ ਨੇ ਤਾਂ ਹੱਸਦੇ ਆ, ਖੇਡਦੇ ਆ। ਪਰ ਗੁਰੂ ਸਾਹਿਬ ਜੀ ਦੇ ਬਾਕੀ ਜਿਹੜੇ ਸਾਹਿਬਜ਼ਾਦੇ ਸੀਗੇ, ਅਤੇ ਉਹ ਘੋੜਿਆਂ 'ਤੇ ਚੜ੍ਹ ਕੇ ਜਾਣਾ। ਬਾਬਾ ਗੁਰਦਿੱਤਾ ਜੀ ਤਾਂ ਸ਼ਿਕਾਰ ਵਾਸਤੇ ਵੀ ਜਾਂਦੇ ਹੁੰਦੇ ਸੀ, ਵੀ ਕੁਛ ਨਹੀਂ ਸੀ ਐਸਾ ਕਰਦੇ। ਸੋ ਇਹ ਬਿਲਕੁਲ ਚੁੱਪ ਰਹਿੰਦੇ ਸੀ। ਕਹਿੰਦੇ ਇਸਕੇ ਭ੍ਰਾਂਤ ਸਰਬ ਬੁੱਧਵੰਤੇ, ਲੇਵ ਦੇਵ ਸਭ ਸੋ ਬਰਤੰਤੇ। ਇਹਦੇ ਜਿਹੜੇ ਭਰਾ ਸੀ ਨਾ ਬਾਕੀ ਦੇ 4, ਬੜੇ ਸਿਆਣੇ ਸੀ, ਅਤੇ ਉਹਨਾਂ ਨੂੰ ਸਾਰੀ ਸੋਝੀ ਸੀ ਕਿਵੇਂ ਵਿਹਾਰ ਕਰਨਾ, ਕਿਵੇਂ ਸਭਾ ਦੇ ਵਿੱਚ ਬੈਠਣਾ, ਕਿਵੇਂ ਬਚਨ ਵਿਲਾਸ ਕਰਨੇ। ਬਹੁਤ ਮੋਲ ਕੇ ਵਸਤਰੋਂ ਪਹਿਰੈ, ਸਿੱਖਿਅਨ ਵਿਖੇ ਪੁਚਾਵੇ ਠਹਿਰੈ। ਗੁਰੂ ਤੇਗ ਬਹਾਦਰ ਜੀ ਦੀ ਰੁਚੀ ਨਾ ਤਾਂ ਖਾਣ ਪੀਣ ਵਾਲੇ ਪਦਾਰਥਾਂ ਵਿੱਚ ਸੀ,
ਨਾ ਬਹੁਤ ਮੇਰਾ ਮਾਣ ਹੋਵੇ, ਸਤਿਕਾਰ ਹੋਵੇ ਵੀ ਘੋੜੇ 'ਤੇ ਚੜ੍ਹ ਕੇ ਜਾਵਾਂ, ਮੇਰੇ ਨਾਲ ਹੋਰ 5 7 10 15 ਸਿੱਖ ਹੋਣ, ਨਾ। ਅਤੇ ਨਾ ਹੀ ਵਧੀਆ ਵਸਤਰ ਪਾਉਣ ਦੀ ਕੋਈ ਰੁਚੀ ਹੁੰਦੀ ਸੀ, ਅਤੇ ਨਾ ਹੀ ਵੀ ਹਾਂ ਸਿੱਖ ਸਾਨੂੰ ਮੱਥਾ ਟੇਕਣ। ਜਿਹੜੇ ਸੋ ਦੂਜੇ ਭਰਾ ਸੀਗੇ, ਸੋ ਉਹ ਤਾਂ ਸੋਹਣੇ ਵਸਤਰ ਪਹਿਨਦੇ ਸੀਗੇ, ਗੁਰੂ ਕੇ ਸਾਹਿਬਜ਼ਾਦੇ ਸੀ, ਅਤੇ ਸੰਗਤਾਂ ਉਹਨਾਂ ਦੀਆਂ ਪੂਜਾ ਵੀ ਕਰਦੀ ਸੀ। ਪਰ ਇਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਲੈਣ ਦੇਣ ਨਹੀਂ ਸੀ। ਹੈ ਜਿਸ ਉਚਿਤ ਵਰਤ ਹੈ ਤੈਸੇ, ਅਨਕ ਮਨੁਜ ਸੰਗੀ ਰਹਿ ਜੈਸੇ। ਉਹਨਾਂ ਨੂੰ ਵਰਤਣਾ ਆਉਂਦਾ ਸੀ, ਆਈਆਂ ਸੰਗਤਾਂ ਦੇ ਨਾਲ ਮਿਲਣਾ ਗਿਲਣਾ ਆਉਂਦਾ ਸੀ। ਇਹਨਾਂ ਦੇ ਵਿੱਚ ਇਹ ਰੁਚੀ ਕੋਈ ਨਹੀਂ ਸੀ। ਸੋ ਅਨੇਕ ਲੋਕ ਜਿਹੜੇ ਬਾਕੀ ਦੇ 4 ਭਰਾ ਸੀ, ਉਹਨਾਂ ਦੇ ਆਲੇ ਦੁਆਲੇ ਸੰਗਤਾਂ ਦੀ ਭੀੜ ਲੱਗੀ ਰਹਿੰਦੀ ਸੀ, ਕਿਉਂਕਿ ਉਹਨਾਂ ਨੂੰ ਹਰੇਕ ਦੇ ਨਾਲ ਕਿਵੇਂ ਵਰਤਣਾ, ਕਿੱਦਾਂ ਬੋਲਣਾ ਪਤਾ ਸੀ। ਉਹਨਾਂ ਨੂੰ ਬੜੇ ਸਿਆਣੇ ਸੀ ਉਹ। ਬਹੁਤ ਮੂਲ ਕੇ ਭੂਖਨ ਧਾਰੈ, ਆਪਨ ਅਧਿਕਤਾ ਚਹਿਤ ਉਚਾਰੈ। ਉਹ ਬਹੁਤ ਹੀ ਬੜਮੁੱਲੇ ਗਹਿਣੇ ਪਾਉਂਦੇ ਸੀਗੇ, ਅਤੇ ਇੰਝ ਆਪਨ ਅਧਿਕਤਾ ਵੀ ਕਿੱਦਾਂ ਸਾਡੀ ਵਡਿਆਈ ਹੋਵੇ, ਉਸ ਤਰੀਕੇ ਦਾ ਉਹ ਵਿਹਾਰ ਕਰ ਜਾਂਦੇ ਸੀਗੇ। ਇਹ ਤਾਂ ਆਪਣੀ ਵਡਿਆਈ ਚਾਹੁੰਦੇ ਹੀ ਨਹੀਂ, ਇਹਨਾਂ ਨੂੰ ਆਪਣੀ ਵਡਿਆਈ ਨਾਲ ਹੈ ਹੀ ਕੋਈ ਨਹੀਂ। ਕਹਿੰਦੇ ਪਿਤਾ ਪਾਸ ਤੇ ਆਪਨ ਵਡਾਈ, ਅਬਿਲਾਖਤ ਪੇ ਬਿਦਨ ਬਨਾਈ। ਸੋ ਇੰਝ ਉਹ ਪਿਤਾ ਜੀ ਦੇ ਜ਼ਿਆਦਾ ਸਨਮੁਖ ਰਹਿੰਦੇ, ਅਤੇ ਪਿਤਾ ਜੀ ਦੇ ਪਾਸੋਂ ਆਪਣੀ ਵਡਿਆਈ ਚਾਹੁੰਦੇ ਹੁੰਦੇ ਸੀ ਵੀ ਹਾਂ ਪਿਤਾ ਜੀ ਸਾਨੂੰ ਸ਼ਾਬਾਸ਼ ਕਹਿਣ। ਇਸ ਤਰੀਕੇ ਦੇ ਨਾਲ ਉਹ ਪਿਤਾ ਜੀ ਦੇ ਅੱਗੇ ਵਿਚਰਦੇ ਹੁੰਦੇ ਸੀ ਵੀ ਇੱਦਾਂ ਦੇ ਕੰਮ ਕਰਨੇ, ਇੱਦਾਂ ਦੇ ਬੋਲ ਬਣੇ, ਪਿਤਾ ਜੀ ਖੁਸ਼ ਹੋਣ। ਬਸ ਇਹਨਾਂ ਨੂੰ ਵੀ ਹੈ ਨਹੀਂ ਸੀਗਾ ਵੀ ਆਪਣੇ ਪਿਤਾ ਜੀ ਨੂੰ ਖੁਸ਼ ਕਰੀਏ। ਤਰਲ ਤਰੰਗਨ ਪਰ ਯਾਰੂ ਹੈ, ਸ਼ਸਤਰ ਸਜਾਏ ਸਭਨ ਮੈਸੂ ਹੈ। ਉਹ ਘੋੜਿਆਂ 'ਤੇ ਚੜ੍ਹਦੇ, ਸ਼ਸਤਰ ਧਾਰਨ ਕਰਦੇ, ਚੰਗੇ ਲੱਗਦੇ, ਸੋਭਾ ਪਾਉਂਦੇ। ਇਹਦੇ ਬਾਕੀ ਦੇ ਜਿਹੜੇ 4 ਭਰਾ ਸੀ, ਖਾਸ ਤੌਰ 'ਤੇ ਬਾਬਾ ਗੁਰਦਿੱਤਾ ਜੀ ਵੱਲ ਦੇਖ ਕੇ ਮਾਤਾ ਨਾਨਕੀ ਜੀ ਖੁਸ਼ ਵੀ ਬੜੇ ਹੁੰਦੇ ਸੀ। ਬਾਬਾ ਗੁਰਦਿੱਤਾ ਜੀ ਦੀ ਦਿੱਖ ਵੀ 6ਵੇਂ ਪਾਤਸ਼ਾਹ ਜੀ ਵਰਗੀ ਸੀਗੀ, ਸ਼ਸਤਰ ਧਾਰਨ ਕਰਕੇ ਰਹਿੰਦੇ ਹੁੰਦੇ ਸੀਗੇ। ਬਾਕੀ ਤਾਂ ਖੈਰ ਅਜੇ ਛੋਟੇ ਸੀਗੇ, ਪਰ ਫਿਰ ਵੀ ਘੋੜ ਸਵਾਰੀ ਤਾਂ ਬਚਪਨ ਤੋਂ ਹੀ ਤਕਰੀਬਨ ਸਿੱਖ ਲਈ ਸੀ ਸਾਰਿਆਂ ਨੇ। ਪਿਤ ਕੇ ਸਾਥ ਜਹਾਂ ਕਹਿ ਜਾਹੇ, ਭਨੈ ਸੁਨੈ ਬਿਦਤੇ ਸਭ ਮਾਏ। ਤਕਰੀਬਨ ਜਦੋਂ ਪਿਤਾ ਜੀ ਕਿਤੇ ਜਾਂਦੇ ਸੀ ਅਤੇ ਉਹ 4 ਦੇ 4 ਹੀ ਚਲ ਜਾਂਦੇ ਸੀ ਕਿਸੇ ਵੇਲੇ ਨਾਲ, ਅਤੇ ਕਿਸੇ ਵੇਲੇ ਇੱਕ ਚਲ ਜਾਂਦਾ, 2 3 ਇੱਦਾਂ ਜਾਂਦੇ ਹੁੰਦੇ ਸੀਗੇ। ਅਤੇ ਫਿਰ ਸੰਗਤਾਂ ਦੇ ਨਾਲ, ਆਪਣੇ ਪਿਤਾ ਜੀ ਦੇ ਨਾਲ ਜਾ ਕੇ ਸੰਗਤਾਂ ਨੂੰ ਮਿਲਣਾ, ਸੁਣਨਾ, ਸੰਗਤਾਂ ਦੀਆਂ ਗੱਲਾਂ ਸੁਣਨੀਆਂ, ਅਤੇ ਸੰਗਤਾਂ ਦੇ ਨਾਲ ਬਚਨ ਕਰਨੇ। ਇੰਝ ਸੰਗਤਾਂ ਦੇ ਵਿੱਚੋਂ ਬਿਦਤੈ ਸੀਗੇ, ਪ੍ਰਗਟ ਸੀਗੇ। ਸਭ ਤਨ ਸੁਤ ਅਰ ਨਿਜ ਸੁਤ ਚਾਲ, ਮਮਨ ਹੋਵਤ ਦੇਖ ਬਿਹਾਲ। ਜਦੋਂ ਮੈਂ ਦੂਜਿਆਂ ਬੱਚਿਆਂ ਨੂੰ ਵੇਖਦੀ ਹੈ ਨਾ, ਉਹਨਾਂ ਦੀ ਦਿੱਖ ਵੇਖਦੀ, ਉਹਨਾਂ ਦੇ ਵਸਤਰ ਵੇਖਦੀ, ਸੋ ਉਹਨਾਂ ਦੇ ਸਿਫਤ ਸੁਣਦੀ ਜਦੋਂ, ਅਤੇ ਮੈਂ ਆਪਣੇ ਪੁੱਤਰ ਵੱਲ ਵੇਖਦੀ ਅਤੇ ਬੇਹਾਲ ਹੋ ਜਾਂਦੀ ਵੀ ਦੱਸ ਇਹ ਸਿੱਧੇ ਹੀ ਰਹਿਣਗੇ, ਵੀ ਇਹ ਵੀ ਕਦੀ ਇੰਝ ਕਰਨਗੇ, ਇੱਦਾਂ ਕੱਪੜੇ ਪਾਉਣਗੇ। ਸੋ ਇਸ ਤਰੀਕੇ ਦੇ ਨਾਲ ਸੰਗਤਾਂ ਇਹਨਾਂ ਦੇ ਆਲੇ ਦੁਆਲੇ ਰਹਿਣ, ਅਤੇ ਇਹ ਸੰਗਤਾਂ ਦੀਆਂ ਗੱਲਾਂ ਦਾ ਜਵਾਬ ਦੇਣ। ਪਰ ਨਾ, ਇਹ ਇਕਾਂਤ ਪਾਸੇ ਹੋ ਜਾਂਦੇ ਸੀ ਸੰਗਤਾਂ ਦੇ ਕੋਲੋਂ। ਕਹਿੰਦੇ ਇਕੱਲੇ ਰਹਿੰਦੇ ਹੁੰਦੇ ਸੀ। ਕਹਿੰਦੇ ਨਿਸਬਾਸਰ ਚਿੰਤਾ ਮੈਂ ਰਹੂੰ, ਕਿਸੂ ਸੰਗ ਨਹਿ ਕੈਸੇ ਕਹੂੰ। ਮੈਨੂੰ ਇਸ ਬਾਤ ਦੀ ਹਰ ਵਕਤ ਚਿੰਤਾ ਲੱਗੀ ਰਹਿੰਦੀ, ਪਰ ਮੈਂ ਕਿਸੇ ਨਾਲ ਇਹ ਗੱਲ ਨਹੀਂ ਸੀ ਕਰਦੀ। ਮਾਤਾ ਕਹਿੰਦੀ ਆਪਣੇ ਭਾਗ ਜਾਨ ਕਰ ਮੰਦ, ਸਭ ਤਨ ਸੁਤ ਕੋ ਲੁਖੋਂ ਬਿਲੰਦ। ਫਿਰ ਮੈਂ ਸਮਝਦੀ ਵੀ ਮੇਰੇ ਭਾਗ ਨੇ, ਸੇ ਬਾਕੀ ਜਿਹੜੇ ਸਾਹਿਬਜ਼ਾਦੇ ਨੇ ਉਹਨਾਂ ਦੇ ਆਪਣੇ ਭਾਗ ਨੇ, ਉਹਨਾਂ ਦੀਆਂ ਜਿਹੜੀਆਂ ਮਾਤਾਵਾਂ ਨੇ ਉਹਨਾਂ ਦੇ ਭਾਗ ਨੇ, ਮੇਰੇ ਆਪਣੇ ਭਾਗ ਨੇ। ਪਰ ਜਿਹੜੇ ਇਹਦੇ ਭਰਾ ਸੀਗੇ ਨਾ, ਇਹਦੇ ਤੋਂ ਸੋ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਰਹਿੰਦੇ ਸੀਗੇ। ਕਹਿੰਦੇ ਕਿਤਕ ਦਿਉਸ ਬੀਤੇ ਘਰ ਮਾਹੇ, ਕਬ ਕਬ ਜਾਹੇ ਪਿਤਾ ਨਿਜ ਪਾਹੇ। ਇੰਝ ਮਾਤਾ ਜੀ ਕਹਿੰਦੇ ਵੀ ਇਹ ਨਾ ਕਈ ਵਾਰੀ ਤਾਂ ਕਈ ਦਿਨ ਘਰ ਹੀ ਰਹਿੰਦੇ, ਘਰੋਂ ਬਾਹਰ ਹੀ ਨਹੀਂ ਸੀ ਜਾਂਦੇ ਹੁੰਦੇ। ਕਦੀ ਕਦੀ ਬਾਹਰ ਜਾਣਾ, ਬਾਹਰ ਜਾ ਕੇ ਵੀ ਇਕੱਲਿਆਂ ਨੇ ਜਾਣਾ, ਜਦੋਂ ਮਨ ਕੀਤਾ ਉੱਠ ਕੇ ਬਾਹਰ ਨੂੰ ਚਲ ਗਏ, ਅਤੇ ਫਿਰ ਮਨ ਕੀਤਾ ਘਰ ਆ ਗਏ, ਜਦੋਂ ਮਨ ਕੀਤਾ ਕਿਤੇ ਪਰਕਰਮਿਆਂ 'ਚ ਬੈਠ ਗਏ। ਸੋ ਇੱਦਾਂ ਇਹਨਾਂ ਦਾ ਰਿਹਾ। ਅਤੇ ਕਦੀ ਕਦੀ ਆਪਣੇ ਪਿਤਾ ਜੀ ਦੇ ਕੋਲ ਜਾਂਦੇ ਸੀ ਜਦੋਂ ਦਰਬਾਰ ਲੱਗਾ ਹੁੰਦਾ ਸੀਗਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ
ਅਕਾਲ ਤਖਤ 'ਤੇ ਜਦੋਂ ਦਰਬਾਰ ਲਾਉਂਦੇ। ਹਰਿਮੰਦਰ ਸਾਹਿਬ ਤਾਂ ਮਹਾਰਾਜ ਨਹੀਂ ਸੀ ਦਰਬਾਰ ਲਾਉਂਦੇ ਨੇ। ਹਰਿਮੰਦਰ ਸਾਹਿਬ 'ਤੇ ਜਾ ਕੇ ਮੱਥਾ ਟੇਕਣਾ, ਬਹੁਤ ਥੋੜ੍ਹਾ ਚਿਰ ਬੈਠਣਾ, ਬੈਠ ਕੇ ਪਰਿਕਰਮਿਆ ਕਰਕੇ ਅਕਾਲ ਤਖਤ 'ਤੇ ਆਣ ਕੇ ਦੀਵਾਨ ਲਾਉਂਦੇ ਹੁੰਦੇ ਸੀਗੇ। ਫਿਰ ਇਹ ਕਦੀ ਕਦੀ ਦਰਬਾਰ ਦੇ ਵਿੱਚ ਜਾਂਦੇ ਹੁੰਦੇ ਸੀ। ਸਭ ਤੇ ਲਗ ਆਪਣੋ ਸੁਤ ਦੇਖ, ਰੀਤ ਸ਼ਾਂਤ ਕੀ ਹਿਰਦੈ ਅਸ਼ੇਖ। ਮਹਾਰਾਜ ਜਦੋਂ ਵੇਖਦੇ ਛੇਵੇਂ ਪਾਤਸ਼ਾਹ ਵੀ ਸਾਡਾ ਛੋਟਾ ਪੁੱਤਰ ਆਇਆ, ਜਦੋਂ ਇਹ ਦਰਬਾਰ 'ਚ ਜਾਂਦੇ ਸੀ, ਬਹੁਤ ਸ਼ਾਂਤੀ ਦੀ ਇਹ ਮੂਰਤ ਸੀਗੇ, ਸ਼ਾਂਤ ਚਿੱਤ ਹੁੰਦੇ ਸੀ ਬਚਪਨ ਦੇ ਵਿੱਚ। ਚਾਰੋਂ ਸੁਤ ਤੇ ਭਿਖ ਲਗ ਮੇਰਾ, ਕਰਤ ਭੈ ਸਨਮਾਨ ਵਡੇਰਾ। ਮੈਂ ਹੈਰਾਨ ਸੀ। ਮਾਤਾ ਨਾਨਕੀ ਜੀ ਮੱਖਣ ਸ਼ਾਹ ਦੇ ਨਾਲ ਗੱਲਾਂ ਕਰਦੇ, ਕਹਿੰਦੇ ਉਹ ਜਿਹੜੇ 4 ਦੂਜੇ ਪੁੱਤਰ ਸੀ ਉਹਨਾਂ ਦਾ ਤਾਂ ਇੰਨਾ ਸਨਮਾਨ ਨਹੀਂ ਸੀ ਕਰਦੇ, ਉਹ ਵੀ ਤਾਂ ਸੰਗਤ ਵਿੱਚ ਆਉਂਦੇ ਹੀ ਸੀਗੇ। ਪਰ ਜਦੋਂ ਮੇਰਾ ਪੁੱਤਰ ਕਦੀ ਕਦੀ ਸੰਗਤ ਵਿੱਚ ਜਾਂਦਾ ਸੀ ਨਾ, ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰਦੇ, ਕਹਿੰਦੇ ਸੋ ਇਹਨਾਂ ਦੇ ਪਿਤਾ ਜੀ ਇਹਨਾਂ ਨੂੰ ਬਹੁਤ ਆਦਰ ਦਿੰਦੇ ਹੁੰਦੇ ਸੀ। ਕਹਿੰਦੇ ਚਰਨ ਉਠਾਏ ਬਿਠਾ ਵਨ ਕੀਨਸ, ਮੁਖ ਤੇ ਬੋਲ ਅਧਿਕ ਹਿਤ ਲੀਨਸ। ਇਹਨਾਂ ਨੂੰ ਚੁੱਕ ਕੇ ਆਪਣੇ ਕੋਲ ਬਿਠਾ ਲੈਂਦੇ ਹੁੰਦੇ ਸੀ ਛੇਵੇਂ ਪਾਤਸ਼ਾਹ। ਸੋ ਫਿਰ ਮੂੰਹ 'ਚੋਂ ਆਪਣੇ ਮੁਖਾਰ ਬਿੰਦ ਤੋਂ ਬੜੇ ਪਿਆਰ ਦੇ ਬਚਨ ਇਹਨਾਂ ਦੇ ਨਾਲ ਕਰਦੇ ਹੁੰਦੇ ਸੀ। ਦੇਖ ਪੁੱਤਰ ਪਰ ਪਿਤਾ ਸਨੇਹ, ਮਨ ਮੇਰੇ ਪਾ ਹਰਖ ਅਸ਼ੇਹ। ਸੋ ਜਦੋਂ ਇੰਝ ਮੈਂ ਦੇਖਦੀ ਹੈ ਨਾ, ਮੈਨੂੰ ਸੰਗਤਾਂ ਵੀ ਦੱਸਦੀਆਂ ਵੀ ਹੋਰ ਕਿਸੇ ਵੀ ਸਾਹਿਬਜ਼ਾਦੇ ਨੂੰ ਇੱਦਾਂ ਚੁੱਕ ਕੇ ਨਹੀਂ ਨੇੜੇ ਬਿਠਾਲਦੇ, ਵੀ ਇੱਦਾਂ ਜਦੋਂ ਆਉਂਦੇ ਨੇ ਸਨਮਾਨ ਵੀ ਬੜਾ ਦਿੰਦੇ ਨੇ, ਆਪਣੇ ਕੋਲ ਬਿਠਾ ਲੈਂਦੇ ਨੇ। ਮੈਨੂੰ ਚੰਗਾ ਤਾਂ ਬੜਾ ਲੱਗਦਾ, ਬਹੁਤ ਚੰਗਾ ਲੱਗਦਾ। ਕਿਤ ਕਬੀਰ ਬੈਠੇ ਉੱਠਿਆ ਵੈ, ਨਹੀਂ ਪੁੱਤਰ ਮਮ ਕੁਛੂ ਹਲਾਵੈ। ਥੋੜ੍ਹੀ ਦੇਰ ਬੈਠਦੇ ਸੀ, ਕੁਝ ਨਹੀਂ ਸੀ ਬੋਲਦੇ ਹੁੰਦੇ। ਪਿਤਾ ਜੀ ਨੇ ਜਿੰਨਾ ਕੁ ਪੁੱਛ ਲਿਆ ਉਨਾ ਕੁ ਬਸ ਛੋਟਾ ਜਿਹਾ ਜਵਾਬ ਦੇ ਦੇਣਾ ਬਸ। ਫਿਰ ਥੋੜ੍ਹੀ ਦੇਰ ਬੈਠ ਕੇ ਫਿਰ ਇੰਝ ਜਦੋਂ ਮਨ ਕੀਤਾ ਉੱਠ ਕੇ ਦਰਬਾਰ 'ਚੋਂ ਬਾਹਰ ਆ ਜਾਂਦੇ ਸੀ। ਕਹਿੰਦੇ ਆਵਦ ਕੀ ਦਿਸ਼ ਦੇਖਤ ਰਹਿ, ਪ੍ਰੇਮ ਭਰੇ ਲੋਚਨ ਮੈਂ ਲਹੇ। ਕਹਿੰਦੇ ਸੰਗਤਾਂ ਨੇ ਫਿਰ ਮੈਨੂੰ ਇਹ ਦੱਸਿਆ ਵੀ ਜਦੋਂ ਗੁਰੂ ਤੇਗ ਬਹਾਦਰ ਜੀ ਇੱਦਾਂ ਆਉਂਦੇ ਦਰਬਾਰ 'ਚ, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਟਿਕਟਕੀ ਲਾ ਕੇ ਆਪਣੇ ਸਾਹਿਬਜ਼ਾਦੇ ਵੱਲ ਵੇਖਦੇ ਰਹਿੰਦੇ ਹੁੰਦੇ ਸੀ ਆਉਂਦੇ ਨੂੰ ਵੀ। ਅਤੇ ਜਦੋਂ ਉੱਠ ਕੇ ਜਾਂਦੇ ਹੁੰਦੇ ਸੀ ਤਾਂ ਜਿੰਨਾ ਚਿਕਰ ਸੋ ਉਹ ਓਹਲੇ ਨਹੀਂ ਸੀ ਹੋ ਜਾਂਦੇ, ਅਤੇ ਉਹਨਾਂ ਦੀ ਪਿੱਠ ਵੱਲ ਵੇਖਦੇ ਰਹਿੰਦੇ ਹੁੰਦੇ ਸੀ, ਇੰਨੀ ਨਿਗਾਹ ਭਰ ਕੇ ਦੇਖਦੇ ਹੁੰਦੇ ਸੀ। ਕਹਿੰਦੇ ਉਹ ਵੀ ਪ੍ਰੇਮ ਭਰੀ ਨਿਗਾਹ ਦੇ ਨਾਲ। ਇਸ ਪ੍ਰਕਾਰ ਜਬ ਹੈ ਜਬ ਗਇਓ, ਦਿਨ ਪ੍ਰਤ ਪ੍ਰੇਮ ਅਧਿਕ ਹੀ ਪਇਓ। ਜਿੰਨੀ ਵੇਰੀ ਵੀ ਗਏ ਨੇ ਪ੍ਰੇਮ ਵਧਿਆ ਆ। ਇਹ ਨਹੀਂ ਹੁੰਦਾ, ਇਹ ਨਹੀਂ ਵੀ ਪਹਿਲੀ ਵਾਰੀ ਆਇਆ ਚੱਲ ਤਾਂ ਸਨਮਾਨ ਦੇ ਦਿੱਤਾ ਨਾ। ਮਾਤਾ ਜੀ ਕਹਿੰਦੇ ਜਿੰਨੀ ਵਾਰੀ ਵੀ ਮੇਰਾ ਪੁੱਤਰ ਦਰਬਾਰ 'ਚ ਗਿਆ ਅਤੇ ਇਹਨਾਂ ਦੇ ਪਿਤਾ ਦਾ ਇਹਨਾਂ ਦੇ ਨਾਲ ਪਿਆਰ ਵਧਿਆ। ਕਈ ਵਾਰ ਮੈਂ ਦੇਖਨ ਕੀਨ, ਤਿਉਂ ਤਿਉਂ ਮਮ ਮਨ ਸੰਸੈ ਭੀਨ। ਮੈਂ ਕਈ ਵਾਰੀ ਦੇਖਿਆ, ਮੈਨੂੰ ਚੰਗਾ ਵੀ ਬੜਾ ਲੱਗਦਾ ਹੁੰਦਾ ਸੀ, ਪਰ ਮਨ ਵਿੱਚ ਸੰਸਾ ਆ ਜਾਂਦਾ ਹੁੰਦਾ ਹੈ। ਏਕ ਦਿਵਸ ਭਿਖ ਜਗ ਗੁਰ ਬੈਸੇ, ਹੱਥ ਜੋਰ ਮੈਂ ਬੂਝੇ ਐਸੇ। ਇੱਕ ਦਿਨ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਬੈਠੇ ਸਨ, ਅਤੇ ਮੈਂ ਮੌਕਾ ਜਾਣ ਕੇ ਨਾ ਵੀ ਹੁਣ ਮੈਂ ਪ੍ਰਸ਼ਨ ਪੁੱਛ ਸਕਦੀ, ਕਿਉਂਕਿ ਮਨ ਵਿੱਚ ਸੰਸਾ ਵੀ ਆ ਜਾਂਦਾ ਸੀ ਨਾ। ਮੈਂ ਹੱਥ ਜੋੜੇ ਮਹਾਰਾਜ ਦੇ ਅੱਗੇ, ਮਮ ਸੁਤ ਨ ਜਾਣੈ ਬਿਵਹਾਰ, ਨਹੀਂ ਹਿਰਦੇ ਮੈਂ ਬੁੱਧ ਉਦਾਰ। ਵੀ ਮੇਰਾ ਜਿਹੜਾ ਪੁੱਤਰ ਹੈ ਸੋ ਇੰਨਾ ਉਹ ਚਤਰ ਨਹੀਂ, ਸਿਆਣਾ ਨਹੀਂ, ਉਹਨੂੰ ਲੈਣ ਦੇਣ ਦੀ ਕੋਈ ਸੋਝੀ ਨਹੀਂ ਹੈ। ਨ ਬੋਲੈ ਨ ਕਿਸ ਤੇ ਸੁਣ ਹੈ, ਕੋ ਕਾਰਜ ਕੋ ਭਾਂਤ ਨ ਬਨ ਹੈ। ਨਾ ਕਿਸੇ ਦੇ ਨਾਲ ਉਹ ਗੱਲਾਂ ਕਰਦੇ, ਨਾ ਕਿਸੇ ਦੀ ਗੱਲ ਕੋਈ ਸੁਣਦੇ ਨਹੀਂ। ਮੈਂ ਤਾਂ ਇਹ ਜਾਣਦੀ ਹਾਂ ਵੀ ਕਿਸੇ ਵੀ ਕੰਮ ਨੂੰ ਕਰਨ ਦੇ ਯੋਗ ਨਹੀਂ ਹੈ। ਆਪਣੇ ਸੋ ਪਤੀ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਮੈਂ ਬੇਨਤੀ ਕੀਤੀ ਹੱਥ ਜੋੜ ਕੇ, ਸਰਬ ਭਾਂਤ ਮੈਂ ਭੂਰ ਸੁਭਾਉ, ਨਹੀਂ ਸੁਜਾਨ ਪਛਾਨ ਨ ਕਾਉ। ਇਹਨਾਂ ਦਾ ਜਿਹੜਾ ਸੁਭਾਅ ਭੋਲਾ ਹੀ ਆ, ਹਰ ਇੱਕ ਪੱਖ ਤੋਂ ਭੋਲੇ ਨੇ, ਸਿਆਣੇ ਨਹੀਂ ਹਨ। ਕਿਸੇ ਚੀਜ਼ ਦੀ ਪਛਾਣ ਨਹੀਂ ਹੈ, ਕਿਸੇ ਗੱਲ ਦੀ ਪਛਾਣ ਨਹੀਂ, ਬੰਦੇ ਦੀ ਪਛਾਣ ਨਹੀਂ ਹੈ ਇਹਨਾਂ ਨੂੰ।
ਇਕ ਪਰੰਤੇ ਐਸੇ ਸੁਖ ਹੋਵਾ, ਤੁਮ ਢਗਰੇ ਮੈਂ ਆਵਤ ਜੋ। ਹਾਂ, ਇੱਕ ਗੱਲ ਮੈਨੂੰ ਬੜਾ ਸੁੱਖ ਦਿੰਦੀ ਹੈ ਵੀ ਜਿੰਨੀ ਜਿੰਨੀ ਵੇਰੀ ਵੀ ਮੇਰਾ ਪੁੱਤਰ ਤੁਹਾਡੇ ਕੋਲ ਗਿਆ ਹੈ ਨਾ ਦਰਬਾਰ ਦੇ ਵਿੱਚ, ਚਾਰੋਂ ਪੁੱਤਰਨ ਕੇ ਇਸ ਘੇਰ, ਕਰਤੇ ਹੋ ਸਨਮਾਨ ਬਡੇਰ। ਬਾਕੀ ਤੁਹਾਡੇ 4 ਪੁੱਤਰ ਨੇ, ਪੰਜਵਾਂ ਸਭ ਤੋਂ ਛੋਟਾ, ਪਰ ਤੁਸੀਂ ਚੌਹਾਂ ਨੂੰ ਉਹ ਸਤਿਕਾਰ ਨਹੀਂ ਕਰਦੇ ਜੋ ਇਹਦੇ ਨਾਲ ਇਹਨੂੰ ਸਤਿਕਾਰ ਕਰਦੇ ਹੋ ਤੁਸੀਂ। ਗੁਰ ਦਿੱਤਾ ਸੂਰਜ ਮਲ ਜੋਏ, ਅਨੀ ਰਾਏ ਤੀਸਰ ਸੁਤ ਹੋਏ। ਵੱਡੇ ਦਾ ਨਾਂ ਗੁਰਦਿੱਤਾ ਜੀ, ਫਿਰ ਸੂਰਜ ਮਲ ਜੀ, ਤੀਸਰੇ ਅਣੀ ਰਾਏ ਜੀ। ਅਟਲ ਰਾਏ ਚਾਰੂ ਮਤਵਾਨ, ਇਨਕੋ ਅਸਨਾ ਕਰੁ ਸਨਮਾਨ। ਅਟਲ ਰਾਏ ਜੀ ਚਾਰੇ ਬੜੇ ਸਮਝਦਾਰ ਨੇ, ਬੜੇ ਗਿਆਨਵਾਨ ਨੇ, ਤੇ ਤੁਸੀਂ ਉਹਨਾਂ ਚੌਹਾਂ ਦਾ ਨਹੀਂ ਨਾ ਸਨਮਾਨ ਕਰਦੇ। ਮਮ ਸੁਤ ਕੋ ਸਾਦਰ ਬੈਠਾਈ, ਸ਼੍ਰੀ ਮੁਖ ਤੇ ਬਹੁ ਕਰਤ ਵਡਾਈ। ਫਿਰ ਬੜੇ ਪਿਆਰ ਨਾਲ ਕੋਲ ਬਿਠਾਲ ਦੇ, ਨਾਲੇ ਤੁਸੀਂ ਸਿਫਤ ਕਰਦੇ ਹੋ, ਪਿਆਰ ਦਿੰਦੇ ਹੋ, ਪਿਆਰ ਭਰੇ ਬਚਨ ਆਖਦੇ ਹੋ ਇਹਦੇ ਨਾਲ। ਕੋ ਕਾਰਨ ਇਸ ਮੈਂ ਸਮਝਾਵੋ, ਨਿਤ ਸੰਸੈ ਹੋਏ ਹਿਰਦੇ ਮਿਟਾਵੋ। ਇਹਦੇ ਵਿੱਚ ਕੀ ਕਾਰਨ ਮੈਂ ਸਮਝਾਂ, ਮੇਰੇ ਮਨ 'ਚ ਸੰਸਾ ਪੈਦਾ ਹੋ ਜਾਂਦਾ, ਮੇਰਾ ਸੰਸਾ ਦੂਰ ਕਰੋ। ਇੰਝ ਤਾਂ ਨਹੀਂ ਕਿ ਮੇਰਾ ਪੁੱਤਰ ਸਿੱਧਾ ਸਾਦਾ ਤਾਂ ਉਹਨੂੰ ਸਨਮਾਨ, ਉਹਦੇ ਨਾਲ ਪਿਆਰ ਕਰਦੇ ਹੋ, ਜਾਂ ਸਭ ਤੋਂ ਛੋਟਾ ਕਰਕੇ ਜਿਵੇਂ ਛੋਟੇ ਪੁੱਤਰ ਦੇ ਨਾਲ ਜ਼ਿਆਦਾ ਹੀ ਪਿਆਰ ਹੋ ਜਾਂਦਾ। ਮੈਨੂੰ ਸੰਸਾ ਮੇਰਾ ਬਟਾਵੋ। ਸੁਨ ਕੈ ਜਗ ਗੁਰ ਮੁਗਲ ਅਰਾਤੀ, ਦੀਰਘ ਬਾਹੂ ਆਯੁਧ ਛਾਤੀ। ਇਹ ਗੱਲ ਸੁਣ ਕੇ ਸੋ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਬਚਨ ਕੀਤਾ, ਬੜੇ ਵੱਡੇ ਬਹਾਦਰ ਯੋਧੇ, ਸੂਰਬੀਰ, ਡੀਲ ਡੌਲ, ਜਿਨ੍ਹਾਂ ਦੇ ਬਹੁਤ ਵੱਡੇ, ਬਹੁਤ ਹੀ ਸੋਹਣੇ ਅਤੇ ਸ਼ਕਤੀਸ਼ਾਲੀ ਸਰੀਰ ਦੇ ਮਾਲਕ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਕਹਿਤ ਭੈ ਪਿਖ ਮੁਝ ਕਰ ਜੋਰੀ, ਇਸ ਕੀ ਸੁਨੋ ਬਾਤ ਮਮ ਭੋਰੀ। ਮਹਾਰਾਜ ਨੇ ਦੇਖਿਆ ਨਾ ਜਦੋਂ ਮੈਂ ਹੱਥ ਜੋੜ ਕੇ ਖੜੀ ਸੀ, ਕਹਿੰਦੇ ਸੁਣ ਇਸ ਕੀ ਬਾਤ, ਮਹਾਂਪੁਰਖ ਇਹ ਹੋਏ ਵੱਡ ਭਾਗ, ਜਿਸ ਕੇ ਹਿਰਦੇ ਦਵੈਸ਼ ਨਾ ਰਾਗ। ਇਹਨਾਂ ਦੇ ਅੰਦਰ ਮੋਹ ਨਹੀਂ ਹੈ, ਇਹਨਾਂ ਦੇ ਅੰਦਰ ਈਰਖਾ ਨਹੀਂ ਹੈ, ਇਹ ਬਹੁਤ ਵੱਡੇ ਮਹਾਂਪੁਰਖ ਨੇ। ਕਹਿੰਦੇ ਇਸ ਕੇ ਸੁਤ ਪੁਰਸ਼ੋਤਮ ਹੋਏ, ਜਿਸ ਕੀ ਸਮਤਾ ਕਰੈ ਨ ਕੋਏ। ਇਹਨਾਂ ਦੇ ਘਰ ਵਿੱਚ ਜਿਹੜਾ ਪੁੱਤਰ ਪੈਦਾ ਹੋਣਾ ਨਾ, ਉਹ ਉੱਤਮ ਪੁਰਖ, ਬਹੁਤ ਵੱਡਾ ਮਹਾਨ ਪੁਰਸ਼ ਹੋਵੇਗਾ, ਉਸ ਦੀ ਬਰਾਬਰੀ ਕੋਈ ਨਹੀਂ ਕਰ ਸਕੇਗਾ। ਕਹਿੰਦੇ ਕਲਗੀਧਰ ਵੱਲ ਇਸ਼ਾਰਾ। ਜਗਤ ਬਿਖੈ ਵੱਡ ਵਧੈ ਪ੍ਰਤਾਪੂ, ਕਰਤਾ ਦੁਸ਼ਟ ਮਲੇਸ਼ਨ ਖਾਪੂ। ਇਹਨਾਂ ਦਾ ਜਿਹੜਾ ਪੁੱਤਰ ਹੋਵੇਗਾ, ਉਹਦਾ ਪੂਰੇ ਵਿਸ਼ਵ ਦੇ ਵਿੱਚ ਪ੍ਰਤਾਪ ਵਧੇਗਾ, ਦੁਸ਼ਟਾਂ ਦਾ ਉਹ ਖਾਤਮਾ ਕਰ ਦੇਵੇਗਾ। ਸ਼੍ਰੀ ਗੁਰੂ ਨਾਨਕ ਕੋ ਜਸ ਚੰਦ, ਚੰਦ ਨਾ ਸਮ ਉਜਲਾਏ ਬਿਲੰਦ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜਸ ਜਿਹੜਾ ਨਾ, ਉਹ ਚੰਦਰਮਾ ਦੀ ਚਾਨਣੀ ਵਾਂਗ ਉੱਜਲ, ਚੰਦਰਮਾ ਦੀ ਚਾਨਣੀ ਵੀ ਨਹੀਂ ਉੱਜਲ ਨਹੀਂ ਜਿੰਨਾ ਉਹਨਾਂ ਦਾ ਜਸ ਉੱਜਲ ਹੈ ਗੁਰੂ ਨਾਨਕ ਦੇਵ ਜੀ ਦਾ। ਰੱਛਾ ਕਰੈ ਧਰਮ ਕੀ ਕਰਨੀ, ਧਰਤੀ ਕੀਰਤ ਕਰ ਹੈ ਕਰਨੀ। ਸੋ ਉੱਥੇ ਕਹਿੰਦੇ ਵੀ ਜਿਹੜੇ ਇਹਨਾਂ ਦੇ ਘਰ ਵਿੱਚ ਪੁੱਤਰ ਪੈਦਾ ਹੋਵੇਗਾ ਨਾ, ਤੁਹਾਡੇ ਘਰ ਦੇ, ਸੋ ਜਿਹੜਾ ਪੁੱਤਰ ਤੁਹਾਡੇ ਪੁੱਤਰ ਜਿਹੜਾ ਪੈਦਾ ਹੋਵੇਗਾ, ਸੋ ਗੁਰੂ ਨਾਨਕ ਦੇਵ ਜੀ ਦੇ ਜਸ ਨੂੰ ਚਾਰੇ ਪਾਸੇ ਇੰਝ ਫੈਲਾਵੇਗਾ ਜਿਵੇਂ ਚੰਦਰਮਾ ਦੀ ਚਾਨਣੀ ਘਰ ਘਰ ਵਿੱਚ ਫੈਲ ਜਾਂਦੀ ਹੈ। ਚੰਦਰਮਾ ਦੀ ਚਾਨਣੀ ਦਾ ਵੀ ਇੰਨਾ ਜਸ ਉੱਜਲ ਨਹੀਂ ਜਿੰਨਾ ਇਹਨਾਂ ਦਾ ਜਸ ਸਾਰੇ ਸੰਸਾਰ 'ਚ ਫੈਲੇਗਾ। ਭਾਵ ਗੁਰੂ ਤੇਗ ਬਹਾਦਰ ਜੀ ਦੇ ਘਰ ਜੋ ਪੁੱਤਰ ਪੈਦਾ ਹੋਣਾ। ਅਵਨੀ ਅਖੇਲੇ ਆਪ ਨਿਧ ਅੰਬਰ, ਅੰਬਰ ਲਗ ਜਸ ਕਥੇ ਸੁਰੰਬਰ। ਧਰਤੀ, ਪਤਾਲ, ਆਕਾਸ਼, ਸੁਰਗ, ਲੋਕ, ਹਰ ਇੱਕ ਪਾਸੇ ਇਹਨਾਂ ਦਾ ਜਸ ਹੋਵੇਗਾ। ਗੁਰੂ ਗੋਬਿੰਦ ਸਿੰਘ ਜੀ ਵੱਲ ਇਸ਼ਾਰਾ। ਸ਼੍ਰੀ ਗੁਰੂ ਨਾਨਕ ਨਾਮ ਉਦਾਰਾ, ਉੱਜਲ ਕਰੈ ਜਗਤ ਵਿਸਥਾਰਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਜਿਹੜਾ ਕਿ ਸਾਰਿਆਂ ਦਾ ਭਲਾ ਕਰਨੇ ਵਾਲਾ, ਸੋ ਉਹਨਾਂ ਦੇ ਨਾਮ ਨੂੰ ਪੂਰੇ ਵਿਸ਼ਵ ਦੇ ਵਿੱਚ ਇਹੋ ਪ੍ਰਗਟ ਕਰਨਗੇ। ਕਹਿੰਦੇ ਜਾਂ ਤੇ ਇਨਕੋ ਆਦਰ ਕਰਨ, ਕਰਤ ਸਭਨ ਤੇ ਕੀਰਤ ਸੁਣੋ। ਕਹਿੰਦੇ ਇਸੇ ਕਰਕੇ ਇਹਨਾਂ ਦਾ ਅਸੀਂ ਆਦਰ ਸਾਰਿਆਂ ਨਾਲੋਂ ਜ਼ਿਆਦਾ ਕਰਦੇ ਹਾਂ, ਇਹਨਾਂ ਦੀ ਕੀਰਤੀ ਬਹੁਤ ਵੱਡੀ ਹੋਵੇਗੀ। ਕਹਿੰਦੇ ਇਸ ਕੇ ਪਿਤ ਅਸ ਸਾਚ ਉਬਾਚੀ,
ਕਰਬ ਪ੍ਰਤੀਸ਼ਨ ਰੁਚ ਮੈਂ ਰਾਚੀ। ਇਹਨਾਂ ਦੇ ਪਿਤਾ ਨੇ ਇਹ ਬਚਨ ਕੀਤੇ ਸੀ, ਪਾ ਪੋਤਰੇ ਦਾ ਵਰ ਦਿੱਤਾ, ਪੋਤਰਾ ਵੀ ਮਹਾਬਲੀ ਸੂਰਮਾ, ਪੋਤਰੇ ਦਾ ਵਰ ਦਿੱਤਾ ਹੋਇਆ। ਸੋ ਉਹ ਹੁਣ ਮੈਂ ਉਸ ਗੱਲ ਦੀ ਉਡੀਕ ਕਰਦੀ ਹਾਂ। ਮੈਂ ਬਹਿ ਤੇ ਅਬ ਬਿਰਦਾ ਬਈ, ਕਬ ਸੋ ਸਮਾਂ ਇਸ ਸੁਤ ਜਨਮਈ। ਤਿਨ ਕੋ ਬਾਕ ਹੋਏ ਸਦ ਸਾਚੇ, ਸਤ ਸੰਦ ਨਿਤ ਸਤ ਮੈਂ ਰਾਚੇ। ਕਹਿੰਦੇ ਹੁਣ ਮੈਂ ਬੁੱਢੀ ਹੋ ਗਈ ਹਾਂ, ਵੀ ਪੋਤਰੇ ਦਾ ਮੂੰਹ ਕਦੋਂ ਵੇਖਾਂਗੀ। ਉਹਨਾਂ ਦੇ ਬਚਨ ਸੱਚ ਤਾਂ ਹੋਣ ਲੱਗ ਗਏ ਨੇ, ਕਿਉਂਕਿ ਮਹਾਰਾਜ ਨੇ ਗੁਰਤਾ ਗੱਦੀ ਦਾ ਵੀ ਵਰ ਦਿੱਤਾ ਸੀ ਨਾ, ਗੁਰਤਾ ਗੱਦੀ ਵੀ ਤੁਹਾਡੇ ਘਰ ਵਿੱਚ ਆਵੇਗੀ। ਕਹਿੰਦੇ ਬਚਨ ਤਾਂ ਸੱਚ ਹੋਣ ਲੱਗ ਪਏ ਨੇ, ਪਰ ਹੁਣ ਪੋਤਰੇ ਦਾ ਮੁੱਖ ਮੈਂ ਕਦੋਂ ਵੇਖਾਂਗੀ। ਸੋ ਮੈਂ ਚਾਹੁੰਦੀ ਵੀ ਮੈਂ ਪੋਤਰੇ ਦਾ ਮੁੱਖ ਵੀ ਵੇਖ ਲਵਾਂ। ਉਹਨਾਂ ਦੀ ਬਾਲ ਲੀਲਾ ਦੇ ਜਿਹੜੇ ਚੋਜ ਨੇ ਨਾ, ਸੋ ਉਹ ਮੈਂ ਕੌਤਕਤਾ ਘੱਟੋ ਘੱਟ ਉਹਨਾਂ ਦੀ ਦੇਖ ਲਵਾਂ। ਇਹ ਮੱਖਣ ਸ਼ਾਹ ਦੇ ਨਾਲ ਹੋਰ ਵੀ ਬੜੇ ਬਚਨ ਕੀਤੇ ਨੇ ਮਾਤਾ ਨਾਨਕੀ ਜੀ ਨੇ, ਗੁਰੂ ਤੇਗ ਬਹਾਦਰ ਜੀ ਦੀ ਜਨਨੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ। ਬਾਕੀ ਕੱਲ੍ਹ ਦੀ ਕਥਾ 'ਚ ਸਰਵਣ ਕਰਾਂਗੇ। ਗੁਰੂ ਕਿਰਪਾ ਕਰੇ, ਆਓ ਆਨੰਦ ਸਾਹਿਬ ਦਾ ਜਾਪ ਕਰੀਏ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਬਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਖਰ ਤੇਰਾ। ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸ਼ਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਖਰ ਤੇਰੇ। ਸਾਚਾ ਨਾਮ ਮੇਰਾ ਆਧਾਰੁ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟੋਂ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੁ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਘਰ ਸੁਭਾਗੇ ਸ਼ਬਦ ਵਾਜੇ, ਕਾਲਾ ਜਿਤ ਕਰ ਧਾਰੀਆਂ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਨ ਕੋ ਸੇ, ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨ ਸੁਣੋ ਬਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ, ਦਾਇਆ ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੇ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ